निराकार जगदीशा, जिसमें है अमृत ज्ञान है, माणक भगत बैराग। श्री गुरु ग्रंथ साहिब उदद, बंदों कर अनुराग। एक अंकारा सतगुरु, तेह प्रसाद सच होए। वाहिगुरु जी की फतेह, बिघ्न विनाशन सोए। धन धन सच्चे पातशाह, गरीब नवाज, दीन दुनिया दे मालक, चबर छतर तखत दे मालक, समर्थ गुरु प्रतख गुरु, दीन दयाल कृपाल अंतरजामी पूਰਨ पार ब्रह्म परमेश्वर। वाहिगुरु अकाल पुरख जी दे सर्वगुण स्वरूप, हाजरा हजूर जहरा जहूर, सर्ब कला भरपूर, सदा ही बख्शेंद, सदा ही मेहरबान। धन धन श्री गुरु ग्रंथ साहिब जी महाराज। धन धन श्री गुरु ग्रंथ साहिब जी महाराज। बड़े ही प्यार नाल सारियां संगतां दोवें हथ जोड़ के गज के कहो जी, धन धन श्री गुरु ग्रंथ साहिब जी महाराज। धन धन श्री गुरु ग्रंथ साहिब जी महाराज। सतगुरु सच्चे पातशाह गरीब नवाज साहब जी की कृपा दया रहमत बख्शिश होई है। आप जी सतगुरु जी के चरणों में सुभाईमान हो। गुरु के कीर्तनीय रागी सिंह आप जी नूं शब्द सरवण करा रहे सन। धन धन रामदास गुर, जिन सिरिया तिनै सवारिया। पूरी होई करामात, आप सिरजणहारै धारिया। गुरु रामदास साहब सच्चे पातशाह जी की शोभा महिमा आप जी नूं सरवण करा रहे सीगे। ਤਿੰਨ ਥਾਵਾਂ ਦੇ ਉੱਤੇ ਗੁਰੂ ਰਾਮਦਾਸ ਜੀ ਦੀ ਸਿਫਤ ਮਿਲਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੀ। ਇੱਕ ਹੈ ਭੱਟਾਂ ਦੀ ਬਾਣੀ, ਦੂਸਰਾ ਸੱਤਾ ਤੇ ਬਲਵੰਡ ਜੀ ਦੀ ਵਾਰ, ਰਾਮਕਲੀ ਕੀ ਵਾਰ, ਤੇ ਤੀਸਰਾ ਰਾਮਕਲੀ ਸਦ, ਉਹਦੇ ਵਿੱਚ ਵੀ ਗੁਰੂ ਰਾਮਦਾਸ ਜੀ ਦੀ ਸਿਫਤ ਕੀਤੀ ਗਈ ਹੈ। ਭੱਟਾਂ ਨੇ ਵੀ ਬੜੀ ਸਿਫਤ ਕੀਤੀ ਜੀ। मनसा कर सिमरंत तुझै नर, काम क्रोध मिटियो जो तिणंग। हुण इत्थे संथਿਆ ਦੀ ਲੋੜ ਹੈ ਸਾਧ ਸੰਗਤ ਜੀ। ਜੇ ਤੇ ਬੰਦਾ ਸਿੱਖੇ ਗੁਰਬਾਣੀ ਨੂੰ ਤੇ ਗੁਰਬਾਣੀ ਨੂੰ ਧਿਆਨ ਨਾਲ ਪੜ੍ਹੇ ਤੇ ਫਿਰ ਬਹੁਤ ਜਾਣਕਾਰੀ ਮਿਲਦੀ ਸਾਧ ਸੰਗਤ ਜੀ। मनसा कर सिमरंत तुझै नर, ਕਾਮ ਕ੍ਰੋਧ ਮਿਟਿਓ ਜੋ ਤਿਣੰਗ। ਜੇ ਇੱਥੇ ਬੰਦਾ ਤਿਣੰਗ ਕਹਿ ਦੇ, ਣਾਣਾ ਲਾ ਲਾਵੇ, ਨੰਨਾ ਲਾ ਦੇ, ਆਖੇ ਵੀ ਣਾਣੇ ਵਿੱਚ ਤੇ ਨੰਨੇ ਵਿੱਚ ਤੇ ਫਰਕ ਹੀ ਕੋਈ ਨਹੀਂ ਹੁੰਦਾ, ਇੱਥੇ ਅਰਥ ਬਦਲ ਜਾਏਗਾ ਸਾਧ ਸੰਗਤ ਜੀ। ਗੁਰਬਾਣੀ ਹੈ ਨਾ, ਗੁਰਬਾਣੀ ਅਗਾਧ ਬੋਧ ਹੈ, ਗੁਰਬਾਣੀ ਅਗਾਧ ਬੋਧ ਹੈ। ਇਸੇ ਕਰਕੇ ਸਿਆਣੇ ਗੁਰਮੁਖਾਂ ਟਕਸਾਲਾਂ ਵਿੱਚ ਰਹਿ ਕੇ ਵਿਦਿਆਰਥੀ ਗੁਰਬਾਣੀ ਨੂੰ ਪੜ੍ਹਨਾ ਸਿੱਖਦੇ, ਫਿਰ ਉਹਨੂੰ ਕਮਾਉਂਦੇ ਜੀ। ਫਿਰ ਆਪਣਾ ਵੀ ਭਲਾ ਹੁੰਦਾ ਤੇ ਦੂਜਿਆਂ ਦਾ ਵੀ ਹੁੰਦਾ ਸਾਧ ਸੰਗਤ ਜੀ। ਹੁਣ ਸੁਣਿਓ ਧਿਆਨ ਨਾਲ, ਜੇ ਲਾ ਦਈਏ ਨਾ ਤਿਣੰਗ, ਨੰਨਾ ਲਾ ਦਈਏ ਤੇ ਨੰਨੇ ਦੇ ਨਾਲ ਅਰਥ ਜਿਹੜਾ ਉਹ ਕੁਝ ਹੋਰ ਹੋ ਜਾਏਗਾ ਤੇ ਣਾਣੇ ਦੇ ਨਾਲ ਅਰਥ ਹੋਰ ਹੋ ਜਾਏਗਾ ਜੀ। ਮਨਸਾ ਘਰ ਸਿਮਰੰਤ ਤੁਝੈ ਨਰ, ਕਾਮ ਕ੍ਰੋਧ ਮਿਟਿਓ ਜੋ ਤਿਣੰਗ। ਜੇ ਕਹਿ ਦਈਏ ਤਿਣੰਗ, ਫਿਰ ਹੁੰਦਾ ਤਿਨਾਂ ਦਾ ਭਾਵ ਉਹਨਾਂ ਬੰਦਿਆਂ ਦਾ, ਉਹਨਾਂ ਸੇਵਾਦਾਰਾਂ ਦਾ, ਉਹਨਾਂ ਪ੍ਰੇਮੀਆਂ ਦਾ ਜਿਹੜੇ ਗੁਰੂ ਰਾਮਦਾਸ ਜੀ ਨੂੰ ਯਾਦ ਕਰਦੇ ਆ। ਉਹਨਾਂ ਦਾ ਕਾਮ ਕ੍ਰੋਧ ਮਿਟ ਜਾਂਦਾ। ਪਰ ਇੱਥੇ ਹੈਗਾ ਤਿਣੰਗ, ਤਿਣੰਗ ਨਹੀਂ ਹੈਗਾ ਜੀ। ਇੱਥੇ ਣਾਣਾ ਲਿਖਿਆ ਮਹਾਰਾਜ ਨੇ, ਣਾਣਾ। ਆਪਾਂ ਪੰਜਾਬ ਵਿੱਚ ਸਾਡੀ ਬੋਲੀ ਜਿਹੜੀ ਹੈ ਉਹ ਲਗਭਗ ਬੜੀ ਸੌਖੀ ਬੋਲੀ ਹੈ।
ਪਿੰਡਾਂ ਨਾਲ ਸੰਬੰਧਿਤ ਤੁਸੀਂ ਬੈਠੇ ਹੋ। ਤਿਣਕੇ ਹੁੰਦੇ ਸੀ, ਤਿਣਕੇ ਜੀ, ਤਿਣਕੇ। ਕੋਈ ਹਨੇਰੀ ਤੂਫਾਨ ਆਉਣਾ ਨਾ ਜੀ, ਅੱਖਾਂ 'ਚ ਤਿਣਕੇ ਪੈ ਜਾਣੇ ਜੀ। ਹਾਂਜੀ, ਤੂੜੀ ਉੱਡ ਕੇ ਜਦੋਂ ਅੱਖਾਂ 'ਚ ਪੈਣੀ, ਕਹਿਣਾ ਇਹ ਤਿਣਕੇ ਆ। ਜਾਂ ਹੋਰ ਵੀ ਇਹੋ ਜਿਹੀਆਂ ਚੀਜ਼ਾਂ, ਘਾਹ ਹੋ ਗਿਆ, ਛੋਟੇ ਛੋਟੇ ਉਹਦੇ ਤਿਣਕੇ, ਕਹਿਣਾ ਅੱਖਾਂ 'ਚ ਤਿਣਕਾ ਪੈ ਗਿਆ। ਜਦੋਂ ਅੱਖਾਂ ਵਿੱਚ ਤਿਣਕਾ ਪੈ ਜੇ ਜੀ, ਫਿਰ ਬੰਦੇ ਨੂੰ ਵਿਖਣਾ ਔਖਾ ਹੋ ਜਾਂਦਾ। ਆਖੋ ਵਾਹਿਗੁਰੂ। ਗੱਜ ਕੇ। ਜਦੋਂ ਅੱਖਾਂ ਵਿੱਚ ਤਿਣਕਾ ਪੈ ਜੇ ਤੇ ਵਿਖਣਾ ਔਖਾ ਹੋ ਜਾਂਦਾ, ਨਹੀਂ ਵਿਖਦਾ। ਅੱਖਾਂ ਤੋਂ ਉਂਝ ਹੀ ਹੁੰਦੀਆਂ ਜੀ, ਅੱਖਾਂ 'ਚੋਂ ਪਾਣੀ ਵੀ ਨਿਕਲਣ ਲੱਗ ਪੈਂਦਾ ਤੇ ਅੱਖਾਂ ਬੰਦਾ ਬਾਰ-ਬਾਰ ਝਮਕਦਾ ਜੀ, ਪਰਨੇ ਨਾਲ ਵੀ ਪੂੰਝਦਾ ਜੀ। ਹਾਂਜੀ, ਕਹਿੰਦੇ ਅੱਖਾਂ 'ਚ ਤਿਣਕਾ ਪੈ ਗਿਆ, ਤਿਣਕਾ ਪੈ ਗਿਆ। ਤਿਣਕਾ ਪੈ ਜੇ ਤੇ ਵਿਖਣਾ ਬੰਦ ਹੋ ਜਾਂਦਾ ਜੀ। ਭੱਟ ਜੀ ਕਹਿੰਦੇ ਆ ਕਿ ਹੇ ਗੁਰੂ ਰਾਮਦਾਸ ਜੀ, ਜਿਹੜਾ ਮਨ ਕਰਕੇ ਤੁਹਾਨੂੰ ਯਾਦ ਕਰਦਾ ਹੈ ਨਾ, ਕਾਮ ਕ੍ਰੋਧ ਦਾ ਤਿਣਕਾ ਬੰਦੇ ਦੇ ਅੰਦਰ ਪਿਆ ਜੀ। ਤਿਣਕਾ ਜੀ, ਤਿਣਕੇ ਪਏ ਜੀ। ਅੱਖਾਂ ਹੋਣ ਦੇ ਬਾਵਜੂਦ ਜਦੋਂ ਅੱਖਾਂ ਵਿੱਚ ਤਿਣਕੇ ਪੈ ਜਾਂਦੇ ਆ ਨਾ, ਤੇ ਸਾਧ ਸੰਗਤ ਜੀ ਦਿਸਣਾ ਬੰਦ ਹੋ ਜਾਂਦਾ ਜੀ। ਜਦੋਂ ਜ਼ਿੰਦਗੀ 'ਚ ਕਾਮ ਦੇ ਤੇ ਗੁੱਸੇ ਦੇ, ਕ੍ਰੋਧ ਦੇ ਤਿਣਕੇ ਪੈ ਜਾਂਦੇ ਆ ਤੇ ਬੰਦੇ ਨੂੰ ਵੀ ਵਿਖਣਾ ਬੰਦ ਹੋ ਜਾਂਦਾ ਜੀ। ਕਹਿੰਦੇ ਗੁਰੂ ਰਾਮਦਾਸ ਜੀ, ਸੱਚੇ ਪਾਤਸ਼ਾਹ ਜੀ, ਜਿਹੜਾ ਆਪ ਜੀ ਨੂੰ ਯਾਦ ਕਰਦਾ ਹੈ, ਮਹਾਰਾਜ ਕਾਮ ਕ੍ਰੋਧ ਦੇ ਤਿਣਕੇ ਜਿਹੜੇ ਬੁੱਧੀ ਵਿੱਚ ਆ ਕੇ ਵਸ ਜਾਂਦੇ ਆ, ਉਹ ਉਹਨਾਂ ਦੇ ਦੂਰ ਹੋ ਜਾਂਦੇ ਆ। ਹੁਣ ਹੋ ਗਿਆ ਨਾ ਤਿਣੰਗ ਤੇ ਤਿਨੰਗ 'ਚ ਕਿੰਨਾ ਫਰਕ ਹੋ ਗਿਆ ਜੀ। ਅਣਾਣਾ ਤੇ ਨੰਨਾ ਜੀ, ਜੇ ਸਹੀ ਨਾ ਬੋਲੀਏ ਤੇ ਅਰਥਾਂ ਦਾ ਫਰਕ ਪੈ ਜਾਣਾ ਜੀ। ਸੋ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵਡਿਆਈ, ਸ਼ੋਭਾ, ਉਸ ਦਾ ਕੀਰਤਨ ਰਾਗੀ ਸਿੰਘ ਆਪ ਜੀ ਨੂੰ ਸਰਵਣ ਕਰਾ ਰਹੇ ਸੀ। ਕਿਉਂ? ਕਿਉਂਕਿ ਸਤਿਗੁਰੂ ਜੀ ਦਾ ਗੁਰਪੁਰਬ ਆ ਰਿਹਾ ਹੈ। 30 ਤਰੀਕ ਨੂੰ, 30 ਅਕਤੂਬਰ ਨੂੰ ਸਾਰੇ ਸੰਸਾਰ ਭਰ ਵਿੱਚ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਸੰਗਤਾਂ ਮਨਾ ਰਹੀਆਂ ਹਨ। ਦੇਸ਼ਾਂ ਵਿੱਚ, ਵਿਦੇਸ਼ਾਂ ਵਿੱਚ, ਹਰ ਕਿਤੇ, ਹਰ ਗੁਰੂ ਘਰ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਵੱਡੇ ਪੱਧਰ ਦੇ ਉੱਤੇ ਸੰਗਤਾਂ ਮਨਾ ਰਹੀਆਂ ਹਨ। ਸੋ ਮਹਾਰਾਜ ਜੀ ਦੀ ਮਹਿਮਾ ਦਾ ਸ਼ਬਦ ਆਪ ਜੀ ਨੇ ਸਰਵਣ ਕੀਤਾ। ਹੁਣ ਲੜੀਵਾਰ ਕਥਾ ਵਿੱਚ ਸੁਰਤੀਆਂ ਜੋੜੀਏ ਜੀ। ਬਾਜਾਂ ਵਾਲੇ ਸਤਿਗੁਰੂ, ਵੱਡੇ ਬਖਸ਼ਿੰਦ, ਅੰਤਰਜਾਮੀ, ਬਹੁਤ ਵੱਡੇ ਬਖਸ਼ਿੰਦ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕਥਾ ਆਪ ਜੀ ਸਰਵਣ ਕਰ ਰਹੇ ਹੋ। ਰਸਨਾ ਨੂੰ ਕਰੀਏ ਪਵਿੱਤਰ, ਪਿਆਰ ਨਾਲ ਗੱਜ ਕੇ ਕਹੀਏ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਮਹਾਰਾਜ ਜੀ ਪਾਉਂਟਾ ਸਾਹਿਬ ਜੀ ਦੀ ਧਰਤੀ ਉੱਤੇ ਵਸੇ ਨੇ। ਪਾਉਂਟਾ ਸਾਹਿਬ ਤੋਂ 20 ਕੋਹ ਦੀ ਦੂਰੀ ਦੇ ਉੱਤੇ ਡੇਹਰਾਦੂਨ ਹੈਗਾ ਜੀ। ਡੇਹਰਾਦੂਨ ਹੈ, ਡੇਹਰਾਦੂਨ ਦੇ ਵਿੱਚ ਰਹਿੰਦੇ ਨੇ ਬਾਬਾ ਰਾਮ ਰਾਏ ਜੀ। ਬਾਬਾ ਰਾਮ ਰਾਏ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਆਪਸ ਵਿੱਚ ਜਿਹੜੀ ਰਿਸ਼ਤੇਦਾਰੀ ਹੈ ਨਾ, ਉਹ ਚਾਚੇ ਭਤੀਜੇ ਦੀ ਹੈ। ਸਤਿਗੁਰੂ ਜੀ ਮਹਾਰਾਜ ਜੀ, ਮਹਾਰਾਜ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਬਾਬਾ ਰਾਮ ਰਾਏ ਜੀ ਦੇ ਚਾਚਾ ਜੀ ਲੱਗਦੇ ਹਨ ਜੀ। ਬਾਬਾ ਰਾਮ ਰਾਏ ਜੀ ਭਤੀਜਾ ਜੀ ਹਨ ਜੀ। ਬਾਬਾ ਰਾਮ ਰਾਏ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਪਹਿਲਾਂ ਹੀ ਬੜਾ ਸੁਣਿਆ ਸੀ ਵੀ 10ਵੇਂ ਪਾਤਸ਼ਾਹ ਗੱਦੀ ਉੱਤੇ ਬੈਠੇ ਆ ਤੇ ਤੀਰ ਬਹੁਤ ਸੋਹਣੇ ਚਲਾਉਂਦੇ ਆ। ਉਹਨਾਂ ਦੇ ਤੀਰਾਂ ਅੱਗੇ ਵੱਡੇ ਵੱਡੇ ਵੈਰੀ ਨਹੀਂ ਟਿਕਦੇ। ਦਲਾਂ ਨੂੰ ਭੰਜਣ ਵਾਲੇ ਆ, ਬੜੇ ਵੱਡੇ ਯੋਧੇ ਨੇ, ਬਹੁਤ ਜ਼ਿਆਦਾ ਦਲੇਰ ਹੈ, ਦੁਸ਼ਟਾਂ ਦਾ ਨਾਸ਼ ਕਰਨ ਵਾਲੇ ਆ। ਇਸ ਤਰ੍ਹਾਂ ਬਾਬਾ ਰਾਮ ਰਾਏ ਜੀ ਨੇ ਜਸ ਸੁਣਿਆ ਜੀ। ਤੇ ਬਾਬਾ ਰਾਮ ਰਾਏ ਜੀ ਨੂੰ ਪਤਾ ਲੱਗ ਗਿਆ ਵੀ ਗੁਰੂ ਗੋਬਿੰਦ ਸਿੰਘ ਜੀ ਤੇ ਆਪਣੇ ਨੇੜੇ ਆ ਗਏ ਆ।
ਆਖੋ ਵਾਹਿਗੁਰੂ। ਵਾਹਿਗੁਰੂ। ਤੇ ਬਾਬਾ ਰਾਮ ਰਾਏ ਜੀ ਡਰਨ ਲੱਗ ਪਏ ਜੀ। ਚਲੋ ਵੱਡੀ ਹਸਤੀ ਨੇ ਬਾਬਾ ਰਾਮ ਰਾਏ ਜੀ, ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ, 7ਵੇਂ ਪਾਤਸ਼ਾਹ ਦੇ ਪੁੱਤਰ ਨੇ ਜੀ, ਸਾਹਿਬਜ਼ਾਦੇ ਹਨ। ਬਾਬਾ ਰਾਮ ਰਾਏ ਜੀ ਡਰ ਗਏ ਵੀ ਮਹਾਰਾਜ ਸੱਚੇ ਪਾਤਸ਼ਾਹ ਫੌਜ ਲੈ ਕੇ ਕਿਤੇ ਮੇਰੇ ਵੱਲ ਹੀ ਨਾ ਚੜਾਈ ਕਰ ਦੇਣ, ਕਿਉਂਕਿ ਉਹਨਾਂ ਮਸੰਦ ਰੱਖੇ ਆ। ਬਾਬਾ ਰਾਮ ਰਾਏ ਜੀ ਦੀ ਪੂਜਾ ਹੁੰਦੀ ਸੀਗੀ, ਬੜਾ ਮਾਣ ਸਤਿਕਾਰ ਸੀਗਾ ਬਾਬਾ ਰਾਮ ਰਾਏ ਜੀ ਦਾ। ਬਾਬਾ ਰਾਮ ਰਾਏ ਜੀ ਨੇ ਆਪਣੇ ਚੇਲੇ ਇਕੱਠੇ ਕੀਤੇ, ਮਸੰਦ ਇਕੱਠੇ ਕੀਤੇ, ਜਿਨ੍ਹਾਂ ਵਿੱਚ ਮੁਖੀ ਸੀਗਾ ਗੁਰਦਾਸ। ਇਹ ਭਾਈ ਬਹਿਲੋ ਕਾ ਪੋਤਰਾ ਸੀਗਾ ਸਾਧ ਸੰਗਤ ਜੀ, ਭਾਈ ਬਹਿਲੋ ਕਾ ਪੋਤਰਾ ਭਾਈ ਗੁਰਦਾਸ, ਉਹ ਮੁਖੀ ਸੀਗਾ। ਬਾਬਾ ਰਾਮ ਰਾਏ ਜੀ ਬੈਠੇ ਕਹਿਣ ਲੱਗੇ ਵੀ ਗੁਰੂ ਗੋਬਿੰਦ ਸਿੰਘ ਜੀ ਨੇੜੇ ਆ ਗਏ ਆ, ਤੇ ਹੁਣ ਆਪਾਂ ਦੇਹਰਾਦੂਨ ਛੱਡ ਕੇ ਕਿਤੇ ਹੋਰ ਚਲੇ ਜਾਈਏ। ਜੇ ਕਿਤੇ ਆਪਣੇ ਵੱਲ ਆ ਗਏ ਨਾ ਚੜ੍ਹਾਈ ਕਰਕੇ, ਤੇ ਉਹਨਾਂ ਨੂੰ ਤੇ ਰੋਕਣਾ ਵੀ ਕਿਸੇ ਨੇ ਨਹੀਂ ਜੀ, ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ, ਤੇ ਆਪਣਾ ਕੀ ਬਣੇਗਾ। ਸੁਣਿਆ ਉਹ ਤੇ ਤੀਰ ਹੀ ਬੜੇ ਚਲਾਉਂਦੇ ਆ। ਹੁਣ ਬਾਬਾ ਰਾਮ ਰਾਏ ਜੀ ਤੇ ਵਡਿਆਈ ਜਸ ਮੰਨਦੇ ਆ, ਪਰ ਕੱਲ ਵੀ ਬੇਨਤੀ ਕੀਤੀ ਸੀ ਨਾ, ਚਾਕਰ ਹੱਥੋਂ ਮਰਨਾ। ਚੇਲੇ ਨਹੀਂ ਮਾਣ ਹੁੰਦੇ ਜੀ। ਗੁਰਦਾਸ ਮਸੰਦ ਨੇ ਆਖਿਆ, ਕਹਿਣ ਲੱਗਾ ਤੁਸੀਂ ਕਿਉਂ ਡਰਦੇ ਹੋ? ਪਹਿਲੀ ਗੱਲ, ਗੁਰੂ ਗੋਬਿੰਦ ਸਿੰਘ ਜੀ ਨੇ ਆਉਣਾ ਹੀ ਨਹੀਂ ਤੁਹਾਡੇ ਪਾਸੇ। ਦੂਜੀ ਗੱਲ, ਜੇ ਆ ਵੀ ਗਏ ਤੇ ਮੇਰਾ ਵੱਡਾ ਭਰਾ ਤਾਰਾ ਆ, ਉਹ ਵੀ ਬੜੇ ਤੀਰ ਚਲਾਉਂਦਾ, ਉਹ ਫਿਰ ਗੁਰੂ ਦਾ ਮੁਕਾਬਲਾ ਕਰੇਗਾ। ਵੇਖੋ ਪੁੱਠੀਆਂ ਮੱਤਾਂ ਦੇਤੀਆਂ। ਤੀਜੀ ਗੱਲ, ਜੇ ਆਪਾਂ ਹਰਦੇ ਜਾਪੇ, ਆਪਾਂ ਰਾਤੋਂ ਰਾਤ ਦੇਹਰਾਦੂਨ ਛੱਡ ਕੇ ਭੱਜ ਜਾਾਂਗੇ। ਆਖੋ ਵਾਹਿਗੁਰੂ। ਵਾਹਿਗੁਰੂ। ਚਲੋ ਕੁਝ ਧਰਵਾਸਾ ਤੇ ਹੋਇਆ ਬਾਬਾ ਰਾਮ ਰਾਏ ਜੀ ਨੂੰ, ਪਰ ਬਾਬਾ ਰਾਮ ਰਾਏ ਜੀ ਅੰਦਰੋਂ ਡਰਦੇ ਹੀ ਰਹੇ ਕਿ ਜੇ ਸਤਿਗੁਰੂ ਜੀ ਆ ਗਏ ਤੇ ਮਹਾਰਾਜ ਪਤਾ ਨਹੀਂ ਮੇਰੇ ਨਾਲ ਕੀ ਕਰਨਾ, ਮੇਰੇ ਨਾਲ ਭਲਾ ਗੁਜ਼ਾਰਨ ਨਾ ਗੁਜ਼ਾਰਨ, ਇਹ ਤੇ ਹੁਣ ਉਹਨਾਂ ਦੀ ਮੌਜ ਉੱਤੇ ਆ ਨਾ। ਪਰ ਉਂਝ ਇੱਕ ਗੱਲ ਹੈ, ਬਾਬਾ ਰਾਮ ਰਾਏ ਜੀ ਨੇ ਪਹਿਲੇ ਸਮੇਂ 'ਚ ਕਰਾਮਾਤਾਂ ਵੀ ਬੜੀਆਂ ਵਿਖਾਈਆਂ। ਜੇ ਇਮਾਨਦਾਰੀ ਦੀ ਗੱਲ ਕਰੀਏ, ਬਾਬਾ ਰਾਮ ਰਾਏ ਜੀ ਨੇ ਕਰਾਮਾਤਾਂ ਵੀ ਵਿਖਾਈਆਂ, ਸਭ ਕੁਝ ਕੀਤਾ। ਬਾਬਾ ਰਾਮ ਰਾਏ ਜੀ ਨੇ ਗੁਰਬਾਣੀ ਦੀ ਤੁਕ ਜਿਹੜੀ ਸੀ, ਉਹਦੇ ਵਿੱਚੋਂ ਅੱਖਰ ਬਦਲਤਾ ਜੀ। ਬਾਦਸ਼ਾਹ ਦਾ ਪ੍ਰਭਾਵ ਕਬੂਲ ਕੇ, ਕਥਾ ਤੁਸੀਂ ਸੁਣੀ ਹੈ, ਮਿੱਟੇ ਮੁਸਲਮਾਨ ਕੀ ਦੀ ਥਾਂ ਤੇ ਬੇਈਮਾਨ ਕੀ ਕਰਤਾ ਜੀ। ਬਸ ਮੁਸਲ ਦੀ ਥਾਂ ਤੇ ਬੇਈ ਲਾ ਦਿੱਤਾ ਜੀ, ਬਾਕੀ ਸਭ ਕੁਝ ਉਹ। ਪਰ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਹਰਿਰਾਏ ਸਾਹਿਬ ਨੇ ਬਚਨ ਕਰਤਾ ਵੀ ਰਾਮ ਰਾਏ ਜੀ ਨੂੰ ਕਹਿ ਦਿਓ ਜਿੱਧਰ ਮੂੰਹ ਹੈਗਾ ਉਧਰ ਹੀ ਚਲੇ ਜਾਣ। ਤੇ ਸੰਗਤ ਜੀ, ਰਾਮ ਰਾਏ ਜੀ ਨੇ ਮਹਾਰਾਜ ਦਾ ਬਚਨ 7 ਬਚਨ ਕਰਕੇ ਮੰਨਿਆ ਜੀ। ਆਖੋ ਵਾਹਿਗੁਰੂ। ਇਹ ਨਾ ਸੋਚਿਓ ਵੀ ਮੈਂ ਉਹਨਾਂ ਦਾ ਪ੍ਰਚਾਰ ਕਰਨ ਲੱਗ ਪਿਆ, ਪ੍ਰਚਾਰ ਨਹੀਂ ਉਹਨਾਂ ਦਾ ਕਰ ਰਿਹਾ, ਹੈ ਤਾਂ ਸਾਡੇ ਹੀ ਸਤਿਗੁਰੂ ਜੀ ਵੱਡੇ ਨੇ, ਪਰ ਵੈਸੇ ਗੱਲ ਕਰ ਰਿਹਾ ਵੀ ਬਾਬਾ ਰਾਮ ਰਾਏ ਜੀ ਨੇ ਬਚਨ ਮੰਨ ਲਿਆ ਜੀ। ਇਹ ਵੀ ਉਹਨਾਂ ਦਾ ਇੱਕ ਪਲੱਸ ਪੁਆਇੰਟ ਹੈ ਵੀ ਉਹ ਅੱਗੋਂ ਇਹ ਨਹੀਂ ਸੀ ਕਹਿੰਦੇ ਵੀ ਕੋਈ ਨਹੀਂ ਮੈਂ ਚੱਲਦਾ ਵਾਂ, ਮੈਂ ਮਹਾਰਾਜ ਨੂੰ ਬੇਨਤੀ ਕਰ ਦੇਣਾ ਵੀ ਫਿਰ ਕੀ ਹੋਇਆ। ਬਸ ਮੁਸਲ ਦੀ ਥਾਂ ਤੇ ਬੇਈ ਕਿਹਾ, ਮਾਨ ਵੀ ਉਹੀ ਹੈ, ਮੁਸਲਮਾਨ ਤੇ ਬੇਈਮਾਨ। ਪਰ ਬਾਬਾ ਜੀ ਨੇ ਇਸ ਤਰ੍ਹਾਂ ਨਹੀਂ ਕੀਤਾ ਜੀ, ਬਚਨ ਮੰਨ ਲਿਆ। ਚੇਤਾ ਰੱਖਿਓ, ਗੁਰੂ ਸਾਹਿਬ ਦਾ ਬਚਨ ਕਿਸੇ ਰੂਪ ਵਿੱਚ ਵੀ ਕੋਈ ਮੰਨ ਲੇ, ਸਮਾਂ ਆਉਣ ਤੇ ਉਸ ਬੰਦੇ ਦਾ ਭਲਾ ਜ਼ਰੂਰ ਹੋਏਗਾ ਜੀ। ਸਮਾਂ ਆਉਣ ਤੇ ਰਾਮ ਰਾਏ ਜੀ ਬਖਸ਼ੇ ਗਏ ਜੀ, ਪਰ ਰਾਮ ਰਾਈਏ ਨਹੀਂ ਬਖਸ਼ੇ ਗਏ ਜੀ, ਸੰਗਤ ਨਹੀਂ ਬਖਸ਼ੀ ਗਈ ਜੀ ਉਹਨਾਂ ਦੀ। ਉਹ ਹੁਣ ਆਪਾਂ ਕਥਾ ਸੁਣਾਂਗੇ, ਬਹੁਤ ਕੁਝ ਸਿੱਖਣ ਨੂੰ ਮਿਲਦਾ ਜ਼ਿੰਦਗੀ ਵਿੱਚ, ਬਹੁਤ ਕੁਝ ਸਿੱਖਣ ਨੂੰ ਮਿਲਦਾ ਜਦੋਂ ਆਪਾਂ ਇਸ ਕਥਾ ਨੂੰ ਸੁਣਦੇ ਹਾਂ ਜੀ। ਮਹਾਰਾਜ ਅੰਤਰਜਾਮੀ ਗੁਰੂ ਗੋਬਿੰਦ ਸਿੰਘ ਜੀ ਪਾਉਂਟਾ ਸਾਹਿਬ ਬੈਠੇ, ਮਹਾਰਾਜ ਵੇਖਣ ਵੀ ਰਾਮ ਰਾਏ ਜੀ ਤੇ ਡਰ ਗਏ ਨੇ, ਅਸੀਂ ਤੇ ਕੁਛ ਕਹਿਣਾ ਹੀ ਨਹੀਂ ਉਹਨਾਂ ਨੂੰ, ਉਹ ਵੈਸੇ ਹੀ ਡਰੇ ਬੈਠੇ ਨੇ।
ਤੇ ਗੁਰੂ ਸਾਹਿਬ ਨੇ 2 ਸਿੱਖਾਂ ਨੂੰ ਭੇਜਿਆ ਜੀ। ਇੱਕ ਤੇ ਨੰਦ ਚੰਦ ਜੀ ਨੂੰ ਭੇਜਿਆ, ਜਿਹੜੇ ਫੌਜਾਂ ਦੇ ਮੁਖੀ ਸੀਗੇ ਜੀ, ਤੇ ਦੂਜਾ ਭਾਈ ਦਇਆ ਰਾਮ ਪ੍ਰੋਹਤ ਨੂੰ ਭੇਜਿਆ ਵੀ ਜਾਓ ਰਾਮ ਰਾਏ ਜੀ ਨੂੰ ਕਹਿ ਕੇ ਆਓ ਵੀ ਡਰਨ ਨਾ, ਘਬਰਾਉਣ ਨਾ, ਅਸੀਂ ਉਹਨਾਂ ਨੂੰ ਕੁਝ ਨਹੀਂ ਕਵਾਂਗੇ। ਰਾਮ ਰਾਏ ਜੀ ਨੇ ਬੰਦੇ ਲਾਏ ਹੋਏ ਸੀ ਮਹਾਰਾਜ ਦੇ ਮਗਰ, ਆਖੋ ਵਾਹਿਗੁਰੂ। ਕੁਝ ਬੰਦੇ ਰਸਤੇ 'ਚ ਬਿਠਾਏ ਸੀ, ਕੁਝ ਬੰਦੇ ਗੁਰੂ ਸਾਹਿਬ ਦੀ ਹਾਜ਼ਰੀ 'ਚ ਰਾਮ ਰਾਏ ਜੀ ਦੇ ਭੇਸ ਬਦਲ ਕੇ ਰਹਿੰਦੇ ਸੀ। ਉਹ ਫਿਰ ਬਾਬਾ ਰਾਮ ਰਾਏ ਜੀ ਨੂੰ ਆ ਕੇ ਦੱਸਦੇ ਹੁੰਦੇ ਸੀ, ਅੱਜ ਮਹਾਰਾਜ ਇੱਧਰ ਗਏ ਆ, ਅੱਜ ਸ਼ਿਕਾਰ ਖੇਡਣ ਗਏ ਆ, ਅੱਜ ਦੀਵਾਨ ਵਿੱਚ ਬੈਠੇ ਆ, ਅੱਜ ਇਸ ਸ਼ਬਦ ਦੀ ਵਿਚਾਰ ਕੀਤੀ ਸੱਚੇ ਪਾਤਸ਼ਾਹ ਜੀ ਨੇ। ਰਾਮ ਰਾਏ ਜੀ ਨੇ ਤੇ ਰਸਤੇ 'ਚ ਬੰਦੇ ਬਿਠਾਏ ਸੀਗੇ। ਇਹਨਾਂ ਮਨ ਵਿੱਚ ਭੈ ਸੀ ਗੁਰੂ ਸਾਹਿਬ ਜੀ ਦਾ ਵੀ ਜੇ ਕਿਤੇ ਮਹਾਰਾਜ ਆ ਗਏ ਨਾ ਇੱਧਰ ਤੇ ਤੁਸੀਂ ਪਹਿਲਾਂ ਦੱਸ ਦਿਓ ਤੇ ਮੈਂ ਨਗਰ ਖਾਲੀ ਕਰ ਜਾਵਾਂਗਾ। ਇੰਨਾ ਭੈ ਸੀਗਾ ਰਾਮ ਰਾਏ ਜੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ। ਭਾਈ ਨੰਦ ਚੰਦ ਜੀ ਤੇ ਦਇਆ ਰਾਮ ਜੀ ਪਹੁੰਚ ਗਏ ਜੀ। ਰਾਮ ਰਾਏ ਜੀ ਕੋਲੋਂ ਸਮਾਂ ਲਿਆ, ਬਾਬਾ ਰਾਮ ਰਾਏ ਜੀ ਮਿਲੇ ਉਹਨਾਂ ਨੂੰ, ਤੇ ਸਾਧ ਸੰਗਤ ਜੀ ਫਿਰ ਉਹਨਾਂ ਨੇ ਜਾ ਕੇ ਕਿਹਾ ਵੀ ਸਾਨੂੰ ਗੁਰੂ ਸਾਹਿਬ ਨੇ ਭੇਜਿਆ, ਤੁਸੀਂ ਡਰਨਾ ਨਹੀਂ ਹੈ। ਆਖੋ ਵਾਹਿਗੁਰੂ। ਅੱਜ ਜ਼ੋਰ ਲੱਗਾ ਪਿਆ ਬੰਦਿਆਂ ਦਾ ਵੀ ਸਾਡੇ ਤੋਂ ਦੂਜੇ ਡਰਨ, ਮੇਰੇ ਤੋਂ ਡਰਨ ਸਾਰੇ। ਸੰਸਾਰੀਆਂ ਦਾ ਤੇ ਪਤਾ ਨਹੀਂ, ਧਾਰਮਿਕ ਬੰਦੇ ਵੀ ਇਸ ਤਰ੍ਹਾਂ ਦੇ ਹੈਗੇ ਆ ਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ, ਸਤਿਗੁਰੂ ਜੀ ਨੇ ਸਿੱਖ ਭੇਜੇ। ਉਹਨਾਂ ਬਾਬਾ ਰਾਮ ਰਾਏ ਜੀ ਨੂੰ ਕਿਹਾ, ਰਾਮ ਰਾਏ ਜੀ ਤੁਸਾਂ ਡਰਨਾ ਨਹੀਂ ਹੈ, ਗੁਰੂ ਸਾਹਿਬ ਤੁਹਾਨੂੰ ਕੁਛ ਨਹੀਂ ਕਹਿਣਗੇ। ਇਹ ਕਹਿ ਕੇ ਸਤਿਗੁਰੂ ਜੀ ਨੇ ਸਾਨੂੰ ਭੇਜਿਆ ਹੈ। ਰਾਮ ਰਾਏ ਜੀ ਦੇ ਸਾਹ ਵਿੱਚ ਸਾਹ ਆ ਗਏ ਜੀ ਵੀ ਚਲੋ ਸ਼ੁਕਰ ਹੈ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਕੁਝ ਨਹੀਂ ਕਹਿਣਗੇ। ਇੱਥੋਂ ਤੱਕ ਕਥਾ ਸਾਧ ਸੰਗਤ ਜੀ ਆਪਾਂ ਨੇ ਸਰਵਣ ਕੀਤੀ ਸੀਗੀ। ਸੋ ਹੁਣ ਆਪਾਂ ਅੱਗੋਂ ਸਾਧ ਸੰਗਤ ਜੀ ਕਥਾ ਸਰਵਣ ਕਰਨੀ ਹੈ। ਉਹ ਜਿਹੜੇ ਬਚਨ ਕਰ ਰਹੇ ਆ ਕੁਸ਼ਲ ਆਪ ਕੀ। ਬਾਬਾ ਰਾਮ ਰਾਏ ਜੀ ਦੇ ਕੋਲ ਬੈਠੇ ਦਇਆ ਰਾਮ ਜੀ ਤੇ ਨੰਦ ਚੰਦ ਜੀ ਜਿਹੜੇ ਬਚਨ ਕਰਦੇ ਉਹ ਸੁਣੋ। ਸਿਆਣਾ ਬੰਦਾ ਮੇਲ ਦੀ ਗੱਲ ਕਰੇਗਾ ਜੀ। ਹੁਣ ਬਚਨ ਬੜੇ ਕੀਮਤੀ ਹਨ, ਸਾਰਿਆਂ ਨੇ ਸਰਵਣ ਕਰਨੇ ਹਨ। ਪਿਆਰ ਨਾਲ ਗੱਜ ਕੇ ਆਖੋ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਸੰਗਤ ਗੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕੁਸ਼ਲ ਆਪ ਕੀ ਬੂਝਣ ਹੇਤ। ਕਹਿੰਦੇ ਬਾਬਾ ਜੀ ਤੁਹਾਡੀ ਰਾਜੀ ਖੁਸ਼ੀ ਪੁੱਛਣ ਵਾਸਤੇ ਹਮੈ ਪਠਾਇਓ ਕਿਰਪਾ ਨਿਕੇਤ। ਕਿਰਪਾ ਦੇ ਘਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ, ਕਲਗੀਧਰ ਜੀ ਨੇ ਸਾਨੂੰ ਤੁਹਾਡੀ ਰਾਜੀ ਖੁਸ਼ੀ ਪੁੱਛਣ ਲਈ ਭੇਜਿਆ ਜੀ। ਵੇਖੋ ਇਹੋ ਜਿਹੇ ਬੰਦੇ ਤੇ ਦੁਸ਼ਮਣ ਨੂੰ ਵੀ ਮਿੱਤਰ ਬਣਾ ਦਿੰਦੇ ਜੀ। ਇਹੋ ਜਿਹੇ ਬੰਦੇ, ਇਹੋ ਜਿਹੀਆਂ ਗੱਲਾਂ ਦੁਸ਼ਮਣ ਨੂੰ ਵੀ ਮਿੱਤਰ ਬਣਾ ਦਿੰਦੀਆਂ ਜੀ। ਹਾਂਜੀ। ਏਕੋ ਸਦਨ ਹਮਾਰ ਤੁਮਾਰੋ। ਮਹਾਰਾਜ ਨੇ ਕਿਹਾ ਵੀ ਸਾਡਾ ਘਰ ਇੱਕੋ ਹੀ ਹੈ। ਹਾਂਜੀ। ਨਹੀਂ ਭੇਦ ਕੁਛ ਔਰ ਮਹਿ ਧਾਰੋ। ਵੀ ਭੇਦ ਨਹੀਂ ਸਮਝਣਾ, ਕੋਈ ਫਰਕ ਨਹੀਂ ਸਮਝਣਾ। ਹਾਂਜੀ। ਖਬਰ ਕੁਸ਼ਲ ਕੀ ਲਿਖੋ ਪਠਾਵੋ। ਕਛੂ ਫਰਕ ਨੇ ਮਨ ਮਹਿ ਲਿਆਵੋ। ਇਸ ਕਰਕੇ ਬਾਬਾ ਜੀ ਆਪਣੀ ਰਾਜੀ ਖੁਸ਼ੀ ਗੁਰੂ ਸਾਹਿਬ ਨੂੰ ਲਿਖ ਕੇ ਭੇਜੋ, ਲਿਖ ਕੇ ਭੇਜੋ। ਮਹਾਰਾਜ ਸੱਚੇ ਪਾਤਸ਼ਾਹ ਦੇ ਬਾਰੇ ਮਨ ਵਿੱਚ ਕੋਈ ਸ਼ੱਕ ਨਹੀਂ ਰੱਖਣਾ ਵੀ ਗੁਰੂ ਜੀ ਤੁਹਾਨੂੰ ਕੁਝ ਕਹਿਣਗੇ। ਮਹਾਰਾਜ ਨੇ ਤੁਹਾਨੂੰ ਕੁਛ ਨਹੀਂ ਕਹਿਣਾ। ਹਾਂਜੀ। ਆਪਣੇ ਪਰ ਗੁਰ ਕਰੁਣਾ ਧਰੈ। ਹਾਂਜੀ। ਇਹ ਬਿਦ ਬਿਰਦ ਤਿਨਹੁ ਲਖ ਪਰੈ। ਆਖੋ ਵਾਹਿਗੁਰੂ। ਵੀ ਗੁਰੂ ਸਾਹਿਬ ਤਾਂ ਆਪਣਿਆਂ ਉੱਤੇ ਕਿਰਪਾ ਕਰਦੇ ਆ, ਬਖਸ਼ਿਸ਼ ਕਰਦੇ ਆ। ਮਹਾਰਾਜ ਦਾ ਬਿਰਦ ਹੀ ਇਹ ਹੈ, ਕਹਿਣ ਲੱਗੇ ਮਹਾਰਾਜ ਦਾ ਬਿਰਦ ਹੈ ਜਿਹੜਾ ਗੁਰੂ ਜੀ ਦਾ ਹੋਵੇ, ਮਹਾਰਾਜ ਉਹਦੇ ਤੇ ਕਿਰਪਾ ਕਰਦੇ। ਸਾਧ ਸੰਗਤ ਜੀ
ਇਹ ਬਾਬਾ ਜੀ ਨੇ, ਬਾਬਾ ਰਾਮ ਰਾਏ ਜੀ ਨੇ 7ਵੇਂ ਪਾਤਸ਼ਾਹ ਦਾ ਜਿਹੜਾ ਬਚਨ ਮੰਨਿਆ ਨਾ, ਇਹ ਉਹਦਾ ਫਲ ਮਿਲਿਆ ਉਹਨਾਂ ਨੂੰ ਜੀ। ਮਹਾਰਾਜ ਨੇ ਕਿਹਾ ਸੀ ਜਿੱਧਰ ਮੂੰਹ ਹੈਗਾ ਉਧਰ ਨੂੰ ਮੁੱਖ ਕਰਕੇ ਚਲੇ ਜਾ, ਤੇ ਰਾਮ ਰਾਏ ਜੀ ਨੇ ਕਿੰਤੂ ਪਰੰਤੂ ਨਹੀਂ ਸੀ ਕੀਤਾ, ਉਧਰ ਹੀ ਤੁਰ ਪਏ ਸੀ ਵੀ ਸਾਡੇ ਪਿਤਾ ਗੁਰੂ ਜੀ ਦਾ ਹੁਕਮ ਹੈ। ਉਦੋਂ ਦੇ ਉੱਥੇ ਹੀ ਬੈਠੇ ਸੀਗੇ ਜੀ। ਇਹ ਉਹਦਾ ਪ੍ਰਤਾਪ ਹੈ ਵੀ ਅੱਜ ਗੁਰੂ ਸਾਹਿਬ ਦੇ ਸਿੱਖ ਮਿਲਣ ਵਾਸਤੇ ਆਏ ਜੀ। ਹਾਂਜੀ, ਤੁਮ ਤੇ ਵੱਡੇ ਸਥਾਨ ਪਛਾਨ ਹੋ। ਬਾਕੀ ਕਹਿਣ ਲੱਗੇ ਬਾਬਾ ਜੀ ਕਲਗੀਧਰ ਜੀ ਤੁਹਾਡੇ ਤੋਂ ਵੱਡੇ ਨੇ, ਵੱਡੀ ਥਾਂ ਉੱਤੇ ਹਨ, ਰਿਸ਼ਤੇਦਾਰੀ ਵਿੱਚ ਵੀ ਵੱਡੇ ਹਨ। ਹਾਂਜੀ, ਮੇਲ ਕਰਨ ਕੋ ਮਨ ਮੈਂ ਠਨ ਹੋ। ਤੇ ਹੁਣ ਤੁਸੀਂ ਮੇਲ ਕਰੋ ਮਹਾਰਾਜ ਨਾਲ, ਮੇਲ ਕਰਨ ਦਾ ਫੁਰਨਾ ਬਣਾਓ ਵੀ ਮਹਾਰਾਜ ਸੱਚੇ ਪਾਤਸ਼ਾਹ ਦਾ ਮੇਲ ਹੋਵੇ ਤੁਹਾਡੇ ਨਾਲ। ਦਇਆ ਰਾਮ ਸਭ ਵਿਦ ਸਮਝਾਈ। ਇਹਨਾਂ ਤੇ ਵੀ ਪੰਕਤੀ ਢੁੱਕਦੀ ਬਾਬਾ ਰਾਮ ਰਾਏ ਜੀ ਤੇ ਵੀ, ਕਿਰਤ ਕਰਮ ਕੇ ਵਿਛੜੇ, ਆਪਣੇ ਕਰਮ ਕਰਕੇ ਵਿਛੜ ਗਏ ਸੀ ਮਹਾਰਾਜ ਤੋਂ। ਪਰ ਸਿੱਖ ਕਹਿ ਰਹੇ ਵੀ ਹੁਣ ਕਿਰਪਾ ਕਰਕੇ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਵੀ ਮਹਾਰਾਜ ਅੱਗੇ ਹੁਣ ਜਾ ਕੇ ਅਰਦਾਸ ਕਰੋ, ਮਹਾਰਾਜ ਨੂੰ ਮਿਲੋ ਜਾ ਕੇ। ਇਸ ਤਰੀਕੇ ਨਾਲ ਦਇਆ ਰਾਮ ਜੀ ਹੋਣਾ ਨੇ ਸਾਰੀ ਗੱਲ ਸਮਝਾਈ ਜੀ ਉਹਨਾਂ ਨੂੰ। ਮੈਂ ਪ੍ਰੋਹਿਤ ਸੋਡਨ ਸਮੁਦਾਈ। ਉਹ ਕਹਿਣ ਲੱਗੇ ਜੀ ਮੈਂ ਪੁਰੋਹਿਤ ਆ, ਆਖੋ ਵਾਹਿਗੁਰੂ ਵਾਹਿਗੁਰੂ। ਵੀ ਸਾਡਾ ਕਰਮ ਪੁਰੋਹਿਤ ਗਿਰੀਦਾ, ਪਰ ਅਸੀਂ ਸਭ ਕੁਝ ਛੱਡ ਕੇ, ਸਾਡਾ ਖਾਨਦਾਨ ਸਭ ਕੁਝ ਛੱਡ ਕੇ ਆਪਾਂ ਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਬਹਿ ਗਏ ਆ। ਆਪਣੇ ਵਿਖੇ ਕ੍ਰੋਧ ਨ ਧਰੀਐ। ਹਾਂਜੀ, ਨਿਸਬਾ ਸਰਨੈ ਤਿਨ ਤੇ ਡਰੀਐ। ਇਸ ਕਰਕੇ ਮੈਨੂੰ ਪਤਾ ਵੀ ਗੁਰੂ ਸਾਹਿਬ ਆਪਣਿਆਂ ਉੱਤੇ ਗੁੱਸੇ ਨਹੀਂ ਹੁੰਦੇ, ਨਾਰਾਜ਼ ਨਹੀਂ ਹੁੰਦੇ। ਚੇਤਾ ਰੱਖਿਓ, ਜੇ ਕਿਤੇ ਕਰਮ ਵਸ ਇਹੋ ਜਿਹਾ ਸਮਾਂ ਬਣ ਵੀ ਜਾਵੇ ਵੀ ਮਹਾਰਾਜ ਨੇ ਜਿਵੇਂ ਬਾਬਾ ਰਾਮ ਰਾਏ ਜੀ ਨੂੰ ਕਹਿਤਾ ਸੀ ਵੀ ਸਾਡੇ ਵੱਲ ਮੁੱਖ ਨਹੀਂ ਕਰਨਾ, ਤੇ ਰਾਮ ਰਾਏ ਜੀ ਨੇ ਸਤ ਬਚਨ ਕੀਤਾ, ਨਿਮਰਤਾ ਰੱਖੀ, ਚੁੱਪ ਕਰਕੇ ਚਲੇ ਗਏ ਜੀ, ਆਏ ਹੀ ਨਹੀਂ ਮਹਾਰਾਜ ਕੋਲ। ਪਰ ਬਹੁਤਾ ਲੰਮਾ ਸਮਾਂ ਥੋੜੀ ਜੀ, ਮਹਾਰਾਜ ਨੇ ਬਖਸ਼ਣਾ ਵੀ ਹੈ ਜੀ। ਬਸ ਗੁਰੂ ਸਾਹਿਬ ਤਾਂ ਅਹਿਸਾਸ ਕਰਾਉਂਦੇ ਆ ਵੀ ਬੰਦੇ ਨੂੰ ਅਹਿਸਾਸ ਹੋ ਜਾਵੇ ਵੀ ਮੈਂ ਗਲਤ ਸਾਂ। ਜਿਹਨੂੰ ਅਹਿਸਾਸ ਹੋ ਜਾਵੇ ਨਾ ਸਾਧ ਸੰਗਤ ਜੀ ਵੀ ਮੈਂ ਗਲਤ ਸਾਂ, ਸਤਿਗੁਰੂ ਉਹਨੂੰ ਬਖਸ਼ ਲੈਂਦੇ ਆ। ਹੋਰ ਮਹਾਰਾਜ ਕੋਈ ਡਾਂਗ ਥੋੜੀ ਮਾਰਦੇ ਕਿਸੇ ਨੂੰ, ਕੋਈ ਸੋਟਾ ਥੋੜੀ ਮਾਰਦੇ, ਬਸ ਅਹਿਸਾਸ ਕਰਾ ਦਿੰਦੇ ਜੀ। ਤੇ ਜਿਹੜਾ ਅਹਿਸਾਸ ਹੀ ਨਾ ਕਰੇ ਉਹ ਨਹੀਂ ਫਿਰ ਬਖਸ਼ਿਆ ਜਾਂਦਾ ਜੀ, ਉਹਨੂੰ ਨਹੀਂ ਮਹਾਰਾਜ ਬਖਸ਼ਦੇ। ਹਾਂਜੀ, ਧੀਰ ਮਲ ਕੇ ਧੀਰਜ ਨਾਹੀ। ਉਹ ਕਹਿਣ ਲੱਗੇ ਵੀ ਮਹਾਰਾਜ ਕ੍ਰੋਧ ਥੋੜੀ ਕਰਦੇ ਆਪਣਿਆਂ ਤੇ, ਮਹਾਰਾਜ ਬਖਸ਼ ਲੈਂਦੇ ਆ। ਤੇ ਤੁਸੀਂ ਹੁਣ ਗੁਰੂ ਸਾਹਿਬ ਤੋਂ ਡਰੋ ਨਾ, ਮਹਾਰਾਜ ਨੇ ਤੁਹਾਨੂੰ ਕੁਝ ਨਹੀਂ ਕਹਿਣਾ। ਪਰ ਨਾਲ ਹੀ ਕਹਿਣ ਲੱਗੇ ਇੱਕ ਹੋਰ ਗੱਲ ਹੈ ਵੀ ਧੀਰ ਮੱਲ ਹੈ ਨਾ ਜਿਹੜਾ, ਉਹਦੇ ਅੰਦਰ ਸ਼ਾਂਤੀ ਨਹੀਂ ਹੈਗੀ। ਹਾਂਜੀ, ਇਕ ਮਤ ਸਰ ਪਾਵਕ ਉਰਮਾਹੀ। ਉਹ ਅਹਿਸਾਸ ਨਹੀਂ ਕਰਦਾ ਧੀਰ ਮੱਲ, ਉਹ ਤਾਂ ਸਗੋਂ ਮਹਾਰਾਜ ਨੂੰ ਵੇਖ ਕੇ ਈਰਖਾ ਕਰਦਾ ਹੈ। ਜਰੈ ਅਧਿਕ ਨਹਿ ਜਰੈ ਪ੍ਰਤਾਪੂ। ਉਹ ਸੜਦਾ ਹੈ ਵੇਖ ਕੇ, ਉਹ ਮਹਾਰਾਜ ਦਾ ਪ੍ਰਤਾਪ ਵੇਖ ਕੇ ਬਰਦਾਸ਼ਤ ਨਹੀਂ ਕਰਦਾ। ਇਸ ਪ੍ਰਕਾਰ ਨੇ ਚਾਹੀਏ ਆਪੂ। ਤੇ ਬਾਬਾ ਰਾਮ ਰਾਏ ਜੀ ਤੁਸੀਂ ਕਿਤੇ ਧੀਰ ਮੱਲ ਨਾਲ ਨਾ ਜੁੜ ਜਿਓ ਜਾ ਕੇ, ਆਖੋ ਵਾਹਿਗੁਰੂ। ਵੀ ਉਸੇ ਤਰ੍ਹਾਂ ਤੁਸੀਂ ਵੀ ਈਰਖਾ ਕਰਨ ਲੱਗ ਪਾਓ, ਤੁਸੀਂ ਨਾ ਇਸ ਤਰ੍ਹਾਂ ਕਰ ਬੈਠੇ ਹੋ ਕਿਤੇ। ਹਾਂਜੀ, ਸੋ ਆਛੀ ਦੋਹੇ ਦਿਸ਼ ਕੋ ਨਾਹੀ। ਵੀ ਉਹ ਤੇ ਨਾ ਧੀਰ ਮੱਲ ਮਹਾਰਾਜ ਉਤੇ ਖੁਸ਼ ਹੈ, ਤੇ ਬਾਬਾ ਜੀ ਧੀਰ ਮੱਲ ਵੀ ਜੇ ਖੁਸ਼ ਨਹੀਂ ਹੈ ਤੇ ਗੁਰੂ ਸਾਹਿਬ ਵੀ ਉਹਦੇ ਤੇ ਖੁਸ਼ ਨਹੀਂ ਹੈਗੇ। ਹੈ ਤੇ ਉਹ ਵੀ ਰਿਸ਼ਤੇਦਾਰ ਹੀ ਹੈ, ਪਰ ਉਹਨੂੰ ਗਲਤੀ ਦਾ ਅਹਿਸਾਸ ਨਹੀਂ ਹੈਗਾ ਸਾਧ ਸੰਗਤ ਜੀ। ਹਾਂਜੀ, ਅਰ ਨਿੰਦਾ ਬਿਦਤੈ ਜਗ ਮਾਹੀ। ਸਗੋਂ ਲੋਕ ਬੁਰਾ ਕਹਿੰਦੇ ਆ ਧੀਰ ਮੱਲ ਨੂੰ। ਹਾਂਜੀ, ਜਿਸ ਤੇ ਕਾਰਜ ਸੁਧਰੈ ਕੋਏ ਨਾ। ਹਾਂਜੀ,
ਤਿਸ ਕੋ ਗ੍ਰਹਿਣ ਕਰਨ ਸ਼ੁਭ ਹੋਏ ਨਾ। ਇਸ ਕਰਕੇ ਕੋਈ ਵੀ ਕੰਮ ਉਹਦਾ ਸੁਧਰਨਾ ਹੀ ਨਹੀਂ ਹੈ, ਕੋਈ ਕੰਮ ਬਣਨਾ ਹੀ ਨਹੀਂ, ਲੋਕ ਵੀ ਉਹਦੀ ਨਿੰਦਾ ਕਰਦੇ ਆ। ਹਾਂਜੀ ਹਰਖੋ ਮਿਲੋ ਤਰਾਸ ਬਿਸਰਾਵੋ। ਬਾਬਾ ਜੀ ਤੁਸੀਂ ਮਹਾਰਾਜ ਨੂੰ ਮਿਲੋ, ਖੁਸ਼ ਹੋ ਕੇ ਮਿਲੋ, ਮਹਾਰਾਜ ਤੁਹਾਨੂੰ ਮਿਲਣਗੇ ਤੇ ਆਪਣੇ ਡਰ ਦੂਰ ਕਰ ਦਿਓ। ਏਕ ਰੂਪ ਹੋਏ ਸੁਖ ਉਪਜਾਵੋ। ਤੇ ਤੁਸੀਂ ਮਿਲ ਕੇ ਨਾ ਗੁਰੂ ਸਾਹਿਬ ਨਾਲ ਇੱਕ ਰੂਪ ਹੀ ਹੋ ਜਾਣਾ। ਆਖੋ ਵਾਹਿਗੁਰੂ। ਵਾਹਿਗੁਰੂ। ਇੱਕ ਰੂਪ ਹੀ ਹੋ ਜਾਣਾ, ਤੁਹਾਨੂੰ ਸੁੱਖ ਮਿਲੇਗਾ। ਇੱਕ ਵਾਰੀ ਆਪਾਂ ਵੀ ਮਹਾਰਾਜ ਨੂੰ ਕਹੀਏ, ਮਹਾਰਾਜ ਕਿਰਪਾ ਕਰੋ, ਸਾਡੇ ਕੋਲ ਵੀ ਬੜੀਆਂ ਗਲਤੀਆਂ ਹੁੰਦੀਆਂ ਨੇ, ਮਹਾਰਾਜ ਤੁਸੀਂ ਕਿਰਪਾ ਕਰਕੇ ਸਾਨੂੰ ਵੀ ਮੇਲ ਲਓ। ਕਰ ਕਿਰਪਾ ਮੇਲੋ ਰਾਮ, ਕਰ ਕਿਰਪਾ ਮੇਲੋ ਰਾਮ, ਕਰ ਕਿਰਪਾ। ਕਰ ਕਿਰਪਾ ਮੇਲੋ ਰਾਮ, ਕਰ ਕਿਰਪਾ ਮੇਲੋ ਰਾਮ। ਇਸ ਤਰ੍ਹਾਂ ਬਾਬਾ ਜੀ ਦਾ ਫੁਰਨਾ ਬਣ ਗਿਆ ਜੀ। ਸਿੱਖਾਂ ਨੇ ਜਾ ਕੇ ਪ੍ਰੇਰਿਤ ਕੀਤਾ, ਕਹਿੰਦੇ ਬਾਬਾ ਜੀ ਮਹਾਰਾਜ ਨੂੰ ਜਾ ਕੇ ਮਿਲੋ, ਸਾਨੂੰ ਪਤਾ ਜਦੋਂ ਤੁਸੀਂ ਮਿਲੇ ਤੁਸੀਂ ਇੱਕ ਰੂਪ ਹੀ ਹੋ ਜਾਣਾ। ਹਾਂਜੀ ਸੁਣ ਸ਼੍ਰੀ ਰਾਮ ਰਾਏ ਡਰ ਸ਼ੋਰਾ। ਰਾਮ ਰਾਏ ਜੀ ਨੇ ਜਦੋਂ ਇਹ ਗੱਲਾਂ ਸੁਣੀਆਂ ਨਾ ਤੇ ਬਾਬਾ ਰਾਮ ਰਾਏ ਜੀ ਦਾ ਡਰ ਦੂਰ ਹੋ ਗਿਆ ਜੀ। ਉਹਨਾਂ ਨੂੰ ਵੀ ਮਹਾਰਾਜ ਮੈਨੂੰ ਕੁਝ ਆਖਣਗੇ ਤੇ ਨਹੀਂ। ਹਾਂਜੀ ਮਿਲਵੇ ਹੇਤ ਕੁਸ਼ਕ ਮਨ ਮੋਰਾ। ਤੇ ਰਾਮ ਰਾਏ ਜੀ ਦਾ ਮਨ ਮੁੜ ਪਿਆ ਜੀ। ਹਾਂਜੀ ਵੀ ਫਿਰ ਮੈਂ ਹੁਣ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਿਲਾਂ ਫਿਰ ਜਾ ਕੇ। ਹਾਂਜੀ ਦਇਆ ਰਾਮ ਪ੍ਰੋਹਿਤ ਸੁਨ ਲੀਜੈ। ਹਾਂਜੀ ਤੇ ਮੰਬਰ ਤੀਐਤ ਜਥਾ ਸੁਨ ਜਨੀਜੈ। ਦਇਆ ਰਾਮ ਜੀ ਨੂੰ ਕਿਹਾ, ਕਹਿੰਦੇ ਦਇਆ ਰਾਮ ਪੱਕੀ ਗੱਲ ਹੈ, ਜਿਵੇਂ ਤੁਸੀਂ ਕਹਿ ਰਹੇ ਹੋ ਗੁਰੂ ਸਾਹਿਬ ਮੈਨੂੰ ਅਪਣਾ ਲੈਣਗੇ, ਮੈਨੂੰ ਮੇਲ ਲੈਣਗੇ ਆਪਣੇ ਨਾਲ। ਹਾਂਜੀ ਆਛੈ ਲਖੇ ਬਿਨਾ ਕਿਆ ਜਾਣੈ। ਵੀ ਇਹ ਹੁਣ ਜਿੰਨਾ ਚਿਰ ਤੱਕ ਮੈਨੂੰ ਯਕੀਨ ਨਹੀਂ ਹੁੰਦਾ, ਕਹਿੰਦੇ ਮੈਂ ਕਿਵੇਂ ਸਮਝਾਂ ਇਸ ਗੱਲ ਨੂੰ। ਮਿਲ ਬੋਲਣ ਤੇ ਸਕਲ ਪਛਾਨੈ। ਇਹ ਤਾਂ ਜਦੋਂ ਹੁਣ ਮਿਲਾਂਗਾ, ਬੋਲਣਗੇ, ਗੱਲਬਾਤ ਹੋਏਗੀ, ਉਦੋਂ ਹੀ ਪਤਾ ਲੱਗੇਗਾ ਨਾ ਵੀ ਮਹਾਰਾਜ ਨੇ ਮੈਨੂੰ ਬਖਸ਼ਿਆ ਕਿ ਨਹੀਂ ਬਖਸ਼ਿਆ। ਅਬ ਤੁਮ ਆਏ ਜਥਾ ਸਮਝਾਈ। ਹਾਂਜੀ ਬਨੇ ਮੇਲ ਸਭ ਭੇਦ ਮਿਟਾਈ। ਬਾਕੀ ਤੁਸਾਂ ਸਾਨੂੰ ਸਮਝਾਇਆ, ਅਸੀਂ ਸਮਝ ਲਿਆ ਵੀ ਹੁਣ ਮੇਰਾ ਸਮਾਂ ਆ ਗਿਆ, ਮੈਂ ਗੁਰੂ ਘਰ ਨਾਲ ਮਿਲ ਜਾਵਾਂ, ਮੈਂ ਮਿਲ ਜਾਵਾਂ ਮਹਾਰਾਜ ਨਾਲ। ਹਾਂਜੀ ਚਾਚੇ ਹਮਾਰੇ ਥਾਨ ਬਡੇਰੇ। ਫਿਰ ਸਾਰਾ ਕੁਝ ਹੀ ਚੇਤਾ ਆਉਂਦਾ, ਜਦੋਂ ਮਨ ਬਦਲ ਜੇ ਨਾ ਫਿਰ ਸਾਰਾ ਕੁਝ ਹੀ ਚੇਤਾ ਆਉਣ ਲੱਗ ਪੈਂਦਾ। ਆਖੋ ਵਾਹਿਗੁਰੂ। ਬਾਬਾ ਜੀ ਦਾ ਮਨ ਬਦਲ ਗਿਆ ਜੀ। ਕਹਿੰਦੇ ਮਹਾਰਾਜ ਫਿਰ ਮੇਰੇ ਨਾਲੇ ਚਾਚਾ ਜੀ ਲੱਗਦੇ ਆ, ਨਾਲੇ ਵੱਡੀ ਥਾਂ ਤੇ ਆ, ਗੁਰਤਾ ਗੱਦੀ ਦੇ ਮਾਲਕ ਨੇ। ਬੰਧਨ ਕਰਵੇ ਉਚਤ ਸੋ ਮੇਰੇ। ਤੇ ਮੈਨੂੰ ਤੇ ਮੱਥਾ ਟੇਕਣਾ ਚਾਹੀਦਾ ਸਗੋਂ ਜਾ ਕੇ। ਬਸ ਖਿਆਲਾਤ ਹੀ ਹੁੰਦੇ ਆ ਜਦੋਂ ਬਦਲ ਜਾਣ ਜੀ। ਕਹਿੰਦੇ ਸਗੋਂ ਮੈਨੂੰ ਮੱਥਾ ਟੇਕਣਾ ਚਾਹੀਦਾ ਜਾ ਕੇ। ਜੋ ਇਮ ਕਰੁਣਾ ਮੋਹ ਪਰ ਕਰੈ। ਜਿਹੜਾ ਜਿਹੜਾ ਉਹਨਾਂ ਨੇ ਮੇਰੇ ਤੇ ਕਿਰਪਾ ਕੀਤੀ ਹੈ, ਤੁਹਾਨੂੰ ਭੇਜਿਆ ਵਾ, ਹੁਣ ਮੈਨੂੰ ਜਾਣਾ ਚਾਹੀਦਾ। ਹਾਂਜੀ ਤੋ ਕਿਮ ਫਰਕ ਵਿਧੀ ਉਰ ਧਰੈ। ਤੇ ਜੇ ਤੇ ਕਿਰਪਾ ਰੱਖਣ ਮੇਰੇ ਤੇ ਮੈਨੂੰ ਆਪਣੇ ਨਾਲ ਮਿਲਾ ਲੈਣ ਤੇ ਹੋਰ ਕੀ ਚਾਹੀਦਾ। ਕਹਿੰਦੇ ਹਾਂਜੀ ਜਿਮ ਉਚਰੈ ਤਿਮ ਹਮ ਅਨੁਸਾਰੇ। ਫਿਰ ਰਾਮ ਰਾਏ ਜੀ ਨੇ ਇਹ ਵੀ ਕਿਹਾ ਵੀ ਇੱਕ ਵਾਰੀ ਮਹਾਰਾਜ ਮੈਨੂੰ ਮੇਲ ਲੈਣ, ਜਿਵੇਂ ਮਹਾਰਾਜ ਕਹਿਣਗੇ ਮੈਂ ਉਵੇਂ ਕਰਿਆ ਕਰਾਂਗਾ। ਇੱਥੋਂ ਤੱਕ ਕਹਿਤਾ ਜੀ ਉਹਨਾਂ ਨੇ। ਹਾਂਜੀ ਧੀਰ ਮਲ ਕੇ ਸਮ ਨਾ ਵਿਚਾਰੇ। ਬਸ ਮੈਨੂੰ ਧੀਰ ਮੱਲ ਦੇ ਬਰਾਬਰ ਨਾ ਕਿਤੇ ਰੱਖ ਦੇਣਾ, ਕਿਉਂ ਧੀਰ ਮੱਲ ਲੜਾਕਾ ਸੀਗਾ ਜੀ। ਧੀਰ ਮੱਲ ਦਾ ਜ਼ਿਆਦਾ ਸੁਭਾਅ ਗਰਮ ਸੀਗਾ ਜੀ। ਹਾਂਜੀ ਮੇਲ ਕਰਨ ਇਤਿਆਦਿਕ ਗਾਥਾ। ਹਾਂਜੀ ਕਹਿਤ ਪਇਓ ਦੋਨੋਂ ਕੇ ਸਾਥਾ। ਇਸ ਤਰੀਕੇ ਨਾਲ ਰਾਮ ਰਾਏ ਜੀ ਨੇ ਮੇਲ ਕਰਨ ਦਾ ਫੁਰਨਾ ਬਣਾ ਲਿਆ ਜੀ। ਨੰਦ ਚੰਦ ਜੀ ਨੂੰ ਤੇ ਦਇਆ ਰਾਮ ਜੀ ਨੂੰ ਕਹਿ ਦਿੱਤਾ ਵੀ ਮੈਂ ਹੁਣ ਛੇਤੀ ਮਹਾਰਾਜ ਦੇ ਚਰਨਾਂ ਵਿੱਚ ਆ ਜਾਣਾ।
ਹਾਂਜੀ। ਉਨ ਆਛੇ ਦੇ ਕਰ ਸਿਰ ਪਾਉ। ਫਿਰ ਉਹਨਾਂ ਨੂੰ ਸਰੋਪੇ ਦਿੱਤੇ ਜੀ ਦੋਵਾਂ ਨੂੰ ਬਾਬਾ ਜੀ ਨੇ। ਸਨਮਾਨੇ ਪੁਨ ਕੀਨ ਬਿਦਾਊ। ਸਨਮਾਨ ਦੇ ਨਾਲ ਵਿਦਾ ਕੀਤਾ। ਨੰਦ ਚੰਦ ਬੰਧਨ ਕਰ ਉਠਿਓ। ਹਾਂਜੀ। ਦਇਆ ਰਾਮ ਨੇ ਆਸ਼ਿਕ ਪਠਿਓ। ਸੋ ਇਸ ਤਰੀਕੇ ਨਾਲ ਉਹ ਵੀ ਨਮਸਕਾਰ ਕਰਕੇ ਸਾਧ ਸੰਗਤ ਜੀ ਤੁਰ ਪਏ ਤੇ ਬਾਬਾ ਰਾਮ ਰਾਏ ਜੀ ਉਸੇ ਦਿਨ ਤੋਂ ਅਰਦਾਸਾਂ ਵਿੱਚ ਲੱਗ ਗਏ ਜੀ। ਵੇਖੋ ਕਦੋਂ ਦੇ ਵਿਛੜੇ ਸੀਗੇ ਜੀ। ਕਰਮ ਇਹੋ ਜਿਹਾ ਹੋ ਗਿਆ, ਵਿਛੜ ਗਏ। ਗੁਰੂ ਹਰਿਰਾਏ ਸਾਹਿਬ ਦੇ ਮੁੜ ਦਰਸ਼ਨ ਨਹੀਂ ਕਰ ਸਕੇ ਜੀ। ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨ ਨਹੀਂ ਕਰ ਸਕੇ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ ਬਾਬਾ ਰਾਮ ਰਾਏ ਜੀ ਦਰਸ਼ਨ ਨਹੀਂ ਕਰ ਸਕੇ। ਤੇ ਸੰਗਤ ਜੀ ਹੁਣ ਬੜੇ ਲੰਮੇ ਸਮੇਂ ਬਾਅਦ 10ਵੇਂ ਪਾਤਸ਼ਾਹ ਦੇ ਦਰਸ਼ਨ ਕਰਨੇ ਆ। ਨਿੱਕੀ ਜਿਹੀ ਗਲਤੀ ਕਿੰਨਾ ਵੱਡਾ ਵਿਛੋੜਾ ਪਾ ਦਿੰਦੀ ਜੀ। ਗਲਤੀ ਨਿੱਕੀ ਵੀ ਨਹੀਂ ਸੀ, ਵੱਡੀ ਹੋ ਗਈ ਸੀ ਗਲਤੀ, ਪਰ ਗਲਤੀ ਨੇ ਕਿੰਨਾ ਵੱਡਾ ਵਿਛੋੜਾ ਪਾ ਦਿੱਤਾ। ਉਹ ਤਾਂ ਚਲੇ ਗਏ, ਪਰ ਬਾਬਾ ਜੀ ਹੋਣੀ ਅਰਦਾਸਾਂ ਕਰਨ ਲੱਗ ਪਏ ਵੀ ਸਤਿਗੁਰੂ ਕਿਰਪਾ ਕਰਕੇ ਹੁਣ ਮੇਲ ਲਿਓ ਮੈਨੂੰ ਆਪਣੇ ਨਾਲ। ਮਹਾਰਾਜ ਮੇਲ ਲਿਓ ਮੈਨੂੰ ਆਪਣੇ ਨਾਲ। ਜਦੋਂ ਮੈਂ ਤੁਹਾਡੇ ਕੋਲ ਪਹੁੰਚਾਂ ਤੇ ਸਤਿਗੁਰੂ ਮੈਨੂੰ ਦੁਰਕਾਰਿਓ ਨਾ, ਮੈਨੂੰ ਮੇਲ ਲਿਓ। ਆਓ ਇੱਕ ਵਾਰੀ ਆਪਾਂ ਫਿਰ ਅਰਦਾਸਾਂ ਕਰ, ਆਪਣੀ ਵੀ ਅਰਦਾਸ ਕਰੀਏ। ਕਰ ਕਿਰਪਾ ਮੇਲੋ ਰਾਮ, ਕਰ ਕਿਰਪਾ ਮੇਲੋ ਰਾਮ, ਕਰ ਕਿਰਪਾ ਕਰ ਕਿਰਪਾ ਮੇਲੋ ਰਾਮ, ਕਰ ਕਿਰਪਾ ਮੇਲੋ ਰਾਮ, ਕਰ ਕਿਰਪਾ ਕਰ ਕਿਰਪਾ। ਕਿਰਤ ਕਰਮ ਕੇ ਵਿਛੜੇ, ਕਿਰਤ ਕਰਮ ਕੇ ਵਿਛੜੇ, ਕਿਰਤ ਕਿਰਤ ਕਰਮ ਕੇ ਵਿਛੜੇ, ਕਿਰਤ ਕਰਮ ਕੇ ਵਿਛੜੇ, ਕਿਰਤ ਕਰਮ ਕੇ ਕਰ ਕਿਰਪਾ ਮੇਲੋ ਰਾਮ, ਕਰ ਕਿਰਪਾ ਮੇਲੋ ਰਾਮ, ਕਰ ਕਿਰਪਾ ਕਰ ਕਿਰਪਾ ਮੇਲੋ। ਅਰਦਾਸਾਂ ਸ਼ੁਰੂ ਕਰਤੀਆਂ ਬਾਬਾ ਜੀ ਨੇ ਜੀ। ਹਾਂਜੀ। ਦੋਹਰਾ ਨਿਕਟ ਪਹੁੰਚ ਸਤਿਗੁਰੂ ਕੇ ਪਦ ਅਰਬਿੰਦ ਨਿਹਾਰ। ਹੁਣ ਫਿਰ ਗੁਰੂ ਕੇ ਸਿੱਖ ਨੰਦ ਚੰਦ ਜੀ ਤੇ ਫਤਿਹ ਸ਼ਾਹ ਜੀ, ਵਾਹਿਗੁਰੂ ਨੰਦ ਚੰਦ ਜੀ ਤੇ ਦਇਆ ਰਾਮ ਜੀ, ਸਾਧ ਸੰਗਤ ਜੀ ਉਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਗਏ ਜੀ। ਹਾਂਜੀ। ਹਾਥ ਬੰਦ ਬੰਧਨ ਕਰੀ ਬੈਠੇ ਸਭਾ ਮਝਾਰ। ਨਮਸਕਾਰ ਕੀਤੀ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਬੈਠ ਗਏ ਜੀ। ਚੌਪਈ ਸ਼੍ਰੀ ਕਲਗੀਧਰ ਕੋ ਰੁਖ ਪਾਇਓ। ਸ਼੍ਰੀ ਕਲਗੀਧਰ ਕੋ ਰੁਖ ਪਾਇਓ। ਫਿਰ ਮਹਾਰਾਜ ਦਾ ਰੁਖ ਵੇਖਿਆ ਜੀ ਪਹਿਲਾਂ ਉਹਨਾਂ ਨੇ ਵੀ ਮਹਾਰਾਜ ਕਿਸ ਅਵਸਥਾ ਵਿੱਚ ਬੈਠੇ ਹਨ। ਜੋ ਪ੍ਰਸੰਗ ਭਾ ਸਕਲ ਸੁਨਾਇਓ। ਵੇਖਿਆ ਵੀ ਅਸੀਂ ਗੱਲ ਕਰ ਸਕਦੇ ਹਾਂ ਮਹਾਰਾਜ ਨਾਲ, ਇਹ ਵੀ ਮਰਿਆਦਾ। ਅਗਲੇ ਦੀ ਅਵਸਥਾ ਵੇਖ ਕੇ ਉਹਦੇ ਨਾਲ ਗੱਲ ਕਰਨੀ ਚਾਹੀਦੀ। ਅਗਲਾ ਗੱਲ ਕਰਨ, ਜਿਹਦੇ ਨਾਲ ਗੱਲ ਕਰਨੀ ਹੈ ਉਹ ਗੱਲ ਕਰਨ ਦੇ ਹਾਲਾਤ ਵਿੱਚ ਹੈ। ਉਹਨਾਂ ਪਹਿਲਾਂ ਮਹਾਰਾਜ ਦਾ ਮੌਕਾ ਵੇਖਿਆ ਸੀ ਸਤਿਗੁਰੂ ਜੀ ਦਾ, ਫਿਰ ਵੇਖਿਆ ਵੀ ਠੀਕ ਹੈ ਤੇ ਫਿਰ ਗੱਲ ਸ਼ੁਰੂ ਕੀਤੀ। ਪ੍ਰਭੂ ਆਪ ਤੁਮ ਅੰਤਰਜਾਮੀ। ਸੱਚੇ ਪਾਤਸ਼ਾਹ ਮਹਾਰਾਜ ਤੁਸੀਂ ਆਪ ਅੰਤਰਜਾਮੀ ਹੋ। ਸਭ ਘਟ ਕੇ ਮਾਲਕ ਜਗ ਸੁਆਮੀ। ਸਭ ਘਟ ਘਟ ਦੀ ਜਾਣਨ ਵਾਲੇ ਹੋ ਮਹਾਰਾਜ, ਤੁਸੀਂ ਮਾਲਕ ਹੋ ਆਪ। ਕਰੀ ਕਿਰਪਾ ਤਿਨ ਤਰਾਸ ਮਿਟਾਇਓ। ਆਪ ਜੀ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ ਹੈ। ਹੁਣ ਬਾਬਾ ਰਾਮ ਰਾਏ ਜੀ ਦੇ ਅੰਦਰ ਡਰ ਮੁੱਕ ਗਿਆ। ਕਹਿਣ ਲੱਗੇ ਪਹਿਲਾਂ ਬੜੇ ਡਰੇ ਪਏ ਸੀ,
ਪਰ ਮਹਾਰਾਜ ਹੁਣ ਨਹੀਂ ਉਹ ਡਰ ਰਹੇ। ਸਭ ਪੁਰ ਕੇ ਧੀਰਜ ਅਬ ਪਾਇਓ। ਸਾਰੇ ਨਗਰ ਨੂੰ ਹੀ ਧੀਰਜ ਹੋ ਗਿਆ। ਸਾਰਾ ਨਗਰ ਸੋਚ ਰਿਹਾ ਸੀ ਵੀ ਗੁਰੂ ਸਾਹਿਬ ਹਮਲਾ ਹੀ ਨਾ ਕਰ ਦੇਣ। ਮਹਾਰਾਜ ਹੁਣ ਧੀਰਜ ਹੋ ਗਿਆ ਹੈ। ਕਹਿਓ ਆਪ ਕੋ ਜਬੈ ਸੁਨਾਏ। ਮਹਾਰਾਜ ਜਦੋਂ ਅਸੀਂ ਆਪ ਜੀ ਦਾ ਬਚਨ ਜਾ ਕੇ ਦੱਸਿਆ ਨਾ ਉਹਨਾਂ ਨੂੰ, ਬਨਿਓ ਮਿਰਦੁਲ ਅਰ ਮਿਲਨ ਅਲਾਇਬ। ਆਖੋ ਵਾਹਿਗੁਰੂ। ਤੇ ਮਹਾਰਾਜ ਬਾਬਾ ਰਾਮ ਰਾਏ ਜੀ ਤਾਂ ਮੋਮ ਵਾਂਗੂ ਪਿਘਲ ਗਏ। ਮਹਾਰਾਜ ਉਹ ਤਾਂ ਬੜਾ ਮਿੱਠਾ ਬੋਲੇ ਸਾਡੇ ਨਾਲ। ਸਤਿਗੁਰੂ ਜੀ ਉਹ ਤਾਂ ਹੁਣ ਮਿਲਣਾ ਚਾਹੁੰਦੇ ਆਪ ਜੀ ਨੂੰ। ਹਾਂਜੀ, ਹਰਖਿਓ ਉਰ ਕੇ ਹਮ ਅਨੁਸਾਰੇ। ਮਹਾਰਾਜ ਉਹ ਖੁਸ਼ ਹੋ ਕੇ ਉਹਨਾਂ ਨੇ ਇਹ ਕਿਹਾ ਹੈ ਵੀ ਗੁਰੂ ਸਾਹਿਬ ਸਾਨੂੰ ਬਖਸ਼ ਲੈਣ, ਜਿਵੇਂ ਮਹਾਰਾਜ ਕਹਿਣਗੇ ਉਵੇਂ ਕਰਾਂਗੇ, ਜਿਵੇਂ ਮਹਾਰਾਜ ਸਾਨੂੰ ਹੁਕਮ ਕਰਨਗੇ। ਹਾਂਜੀ, ਆਸ਼ਾ ਲਖੇ ਬਿਨਾ ਭ੍ਰਮ ਧਾਰੇ। ਹੁਣ ਮਹਾਰਾਜ ਉਹ ਆਪ ਜੀ ਦੀ ਆਗਿਆ ਅਨੁਸਾਰ ਹੈ। ਪਰ ਹੁਣ ਜਿਵੇਂ ਆਪ ਜੀ ਅੱਗੋਂ ਕਿਰਪਾ ਕਰੋਗੇ ਫਿਰ ਉਹਨਾਂ ਦੇ ਭਰਮ ਦੂਰ ਹੋ ਜਾਣਗੇ। ਹਾਂਜੀ, ਸੁਣਿਓ ਨਰਨ ਤੇ ਚਲਿਓ ਪਲਾਈ। ਮਹਾਰਾਜ ਪਹਿਲਾਂ ਤੋਂ ਸੁਣਿਆ ਵੀ ਨਗਰ ਛੱਡ ਕੇ ਹੀ ਚੱਲੇ ਸੀ। ਜਦੋਂ ਉਹਨਾਂ ਨੇ ਸੁਣਿਆ ਵੀ ਆਪ ਜੀ ਪਾਉਂਟਾ ਸਾਹਿਬ ਆ ਗਏ ਹੋ, ਮਹਾਰਾਜ ਉਹ ਤੇ ਨਗਰ ਛੱਡ ਕੇ ਚੱਲੇ ਸੀਗੇ। ਕਹਿ ਬਹਿਲੋ ਕੇ ਧੀਰ ਉਪਾਈ। ਇਹ ਤੇ ਬਹਿਲੋ ਦੇ ਪੁੱਤਰ ਨੇ, ਗੁਰਦਾਸ ਨੇ ਧੀਰਜ ਦਿੱਤਾ। ਉਹ ਉੱਥੇ ਬੈਠੇ ਰਹੇ, ਨਹੀਂ ਤਾਂ ਉਹਨਾਂ ਚਲੇ ਜਾਣਾ ਸੀ ਉੱਥੋਂ। ਤਉ ਨ ਠਹਿਰਤ ਜਾਣਿਓ ਪਰੈ। ਫਿਰ ਵੀ ਮਹਾਰਾਜ ਉਹ ਡਰੇ ਪਏ ਸੀਗੇ। ਹਾਂਜੀ, ਅਨਤੈ ਚਲਨ ਮਨੋਰਥ ਧਰੈ। ਕਿਤੇ ਹੋਰ ਜਾਣ ਦਾ ਫੁਰਨਾ ਉਹਨਾਂ ਨੇ ਆਪਣੇ ਮਨ ਵਿੱਚ ਬਣਾ ਲਿਆ ਸੀ। ਆਛੈ ਤਿਸ ਕੋ ਜਾਣਿਓ ਜਾਈ। ਹਾਂਜੀ। ਮਿਲੇ ਕਿਤਕ ਬਿਨ ਮੈਂ ਤੁਮ ਤਾਈ। ਤੇ ਸਤਿਗੁਰੂ ਹੁਣ ਕੁਝ ਦਿਨਾਂ ਵਿੱਚ ਆਪ ਜੀ ਨੂੰ ਮਿਲਣ ਆਉਣਗੇ। ਆਖੋ ਵਾਹਿਗੁਰੂ। ਰਾਮ ਰਾਏ ਜੀ ਤੁਹਾਡੇ ਦਰਸ਼ਨ ਕਰਨ ਵਾਸਤੇ ਆਉਣਗੇ ਮਹਾਰਾਜ। ਹਾਂਜੀ, ਸਤਿਗੁਰ ਕਹਿਓ ਤਰਾਸ ਕਿਉਂ ਧਾਰਾ। ਮਹਾਰਾਜ ਕਹਿਣ ਲੱਗੇ ਵੀ ਅਸੀਂ ਤੇ ਕਿਹਾ ਵੀ ਕੁਛ ਨਹੀਂ ਉਹਨਾਂ ਨੂੰ, ਉਹ ਕਿਉਂ ਡਰੀ ਬੈਠੇ ਸਾਡੇ ਤੋਂ। ਕਹਾ ਹਮਾਰੋ ਕਾਜ ਬਿਗਾਰਾ। ਉਹਨਾਂ ਸਾਡਾ ਕਿਹੜਾ ਕੋਈ ਕੰਮ ਵਿਗਾੜਿਆ ਜੋ ਅਸੀਂ ਉਹਨਾਂ ਨੂੰ ਕੁਝ ਕਹਾਂਗੇ। ਬਸੈ ਨਿਸ਼ੰਕ ਦੂਣ ਕੇ ਮਾਹੀ। ਉਹਨਾਂ ਨੂੰ ਕਹਿ ਦਿਓ ਫਿਰ ਨਿਸ਼ਚਿੰਤ ਹੋ ਕੇ ਆਪਣੇ ਇਲਾਕੇ ਵਿੱਚ ਰਹਿਣ। ਬਿਨ ਕਾਰਨ ਕੁਛ ਕੋ ਕਹਿ ਨਾਹੀ। ਬਿਨਾਂ ਕਾਰਨ ਤੋਂ ਅਸੀਂ ਕਿਸੇ ਨੂੰ ਕੁਝ ਵੀ ਨਹੀਂ ਕਹਿੰਦੇ। ਆਖੋ ਵਾਹਿਗੁਰੂ। ਵਾਹਿਗੁਰੂ। ਕਈ ਨਹੀਂ ਇਹੋ ਜਿਹੇ ਹੁੰਦੇ ਜੀ, ਕਈ ਐਵੇਂ ਹੀ ਦੂਜਿਆਂ ਨੂੰ ਦਬਕੇ ਮਾਰੀ ਜਾਣਗੇ। ਆਖੋ ਵਾਹਿਗੁਰੂ। ਐਵੇਂ ਹੀ ਜੀ, ਬਿਨਾਂ ਕਿਸੇ ਗੱਲ ਤੋਂ ਜੀ ਦੂਜਿਆਂ ਨੂੰ ਦਬਕੇ ਮਾਰੀ ਜਾਣਗੇ ਜੀ, ਆਪਣਾ ਟੌਰ ਦੱਸਣਗੇ ਜੀ। ਮਹਾਰਾਜ ਕਹਿੰਦੇ ਉਹਨਾਂ ਨੂੰ ਕਹਿ ਦਿਓ ਵੀ ਅਸੀਂ ਨਹੀਂ ਕਿਸੇ ਨੂੰ ਕੁਛ ਕਹਿੰਦੇ। ਹਾਂਜੀ, ਇਮ ਕਹਿ ਅਪਰ ਖਿਆਲ ਬਿਰਮਾਏ। ਇਸ ਤਰੀਕੇ ਨਾਲ ਬਚਨ ਕਰਕੇ ਮਹਾਰਾਜ ਹੋਰ ਖਿਆਲਾਂ ਵਿੱਚ ਹੋ ਗਏ ਜੀ। ਨਗਰ ਪਾਵਟੇ ਨਰ ਸਮੁਦਾਇ। ਪਾਉਂਟਾ ਸਾਹਿਬ ਦੀਆਂ ਸੰਗਤਾਂ ਆ ਗਈਆਂ ਤੇ ਮਹਾਰਾਜ ਸੰਗਤਾਂ ਵਿੱਚ ਰੁੱਝ ਗਏ। ਆਏ ਹਜ਼ਾਰੋ ਨਿਤ ਦਰਸੇ ਹੈ। ਹਜ਼ਾਰਾਂ ਸੰਗਤਾਂ ਪਾਉਂਟਾ ਸਾਹਿਬ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਬਹਿੰਦੀਆਂ ਸਨ ਜੀ। ਰੋਜ਼ ਨਵੀਆਂ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਜੀ। ਕਿਤਕ ਜਾਏ ਅਰ ਕਿਤਕ ਬਸੇ ਹੈ। ਤੇ ਕਈ ਚਲੇ ਜਾਂਦੇ ਸੀ, ਕਈ ਰਹਿ ਹੀ ਪੈਂਦੇ ਸੀ ਮਹਾਰਾਜ ਦੇ ਚਰਨਾਂ 'ਚ। ਹਾਂਜੀ, ਕਿਤਕ ਦੂਰ ਪੁਰ ਬਸੈ ਸਢੌਰਾ। ਉੱਥੋਂ ਕੁਝ ਦੂਰੀ ਉੱਤੇ ਇੱਕ ਨਗਰ ਹੈ ਸਾਧ ਸੰਗਤ ਜੀ, ਉਸ ਨਗਰ ਨੂੰ ਸਢੌਰਾ ਕਹਿੰਦੇ ਆ। ਹਾਂਜੀ, ਬੁੱਧੂ ਸ਼ਾਏ ਸਦਨ ਤਿਸ ਠੌਰਾ। ਸਢੌਰਾ ਇੱਕ ਕਸਬਾ ਹੈ। ਉਸ ਕਸਬੇ ਦੇ ਵਿੱਚ ਰੱਬ ਦੇ ਰਸਤੇ ਤੇ ਚੱਲਣ ਵਾਲਾ ਇੱਕ ਪੀਰ ਰਹਿੰਦਾ ਹੈ, ਜਿਸ ਪੀਰ ਨੂੰ ਲੋਕ ਬੁੱਧੂ ਸ਼ਾਹ ਕਹਿੰਦੇ ਆ। ਆਖੋ ਵਾਹਿਗੁਰੂ। ਵਾਹਿਗੁਰੂ। ਪੀਰ ਬੁੱਧੂ ਸ਼ਾਹ। ਹਾਂਜੀ, ਮਗ ਖੁਦਾਏ ਕੋ ਪ੍ਰੇਮੀ ਹੈ। ਹੁਣ ਉਹ ਧਰਮ ਦੇ ਬੰਧਨ 'ਚ ਨਹੀਂ ਸੀ ਬਚਿਆ, ਹੈ ਭਾਵੇਂ ਮੁਸਲਮਾਨ ਸੀ, ਪਰ ਉਹ ਰੱਬ ਦੇ ਰਸਤੇ ਤੇ ਤੁਰਨਾ ਚਾਹੁੰਦਾ ਸੀਗਾ ਜੀ। ਪਰਮੇਸ਼ਰ ਦੇ ਰਸਤੇ ਦਾ ਉਹਦੇ ਮਨ ਵਿੱਚ ਪਿਆਰ ਸੀ ਵੀ ਮੈਂ ਵਾਹਿਗੁਰੂ ਦੇ ਰਸਤੇ ਉੱਤੇ ਤੁਰਨਾ ਜੀ, ਮੈਂ ਵਾਹਿਗੁਰੂ ਨੂੰ ਮਿਲਣਾ ਜੀ, ਪਰਮੇਸ਼ਰ ਨੂੰ ਮਿਲਣਾ ਜੀ। ਹਾਂਜੀ, ਸੰਤਨ ਸੰਗ ਮਿਲਨ ਚਿਤ ਚਾਹੈ। ਪੀਰ ਬੁੱਧੂ ਸ਼ਾਹ ਦੀ ਇੱਛਾ ਹੁੰਦੀ ਸੀ ਵੀ ਕੋਈ ਵੀ ਸੰਤ ਮਿਲ ਪਵੇ, ਕਿਸੇ ਵੀ ਧਰਮ ਦਾ ਮਿਲ ਪਵੇ,
ਮੈਂ ਉਹਨੂੰ ਮਿਲਣਾ ਹੈ, ਖੁਦਾ ਦੀ ਗੱਲ ਪੁੱਛਣੀ ਹੈ। ਹਾਂਜੀ, ਆਏ ਨਿਕਟ ਗੁਰੂ ਤਿਨ ਸੁਨੇ। ਆਖੋ ਵਾਹਿਗੁਰੂ। ਤੇ ਪੀਰ ਬੁੱਧੂ ਸ਼ਾਹ ਨੂੰ ਪਤਾ ਲੱਗਾ ਵੀ ਗੁਰੂ ਸਾਹਿਬ ਲਾਗੇ ਹੀ ਆਏ ਨੇ। ਹਾਂਜੀ, ਜਿਨ ਕੀ ਉਪਮਾ ਨਰ ਗਨ ਭਨੇ। ਵੀ ਲੋਕ ਬੜੀ ਸਿਫਤ ਕਰਦੇ ਆ, ਲੋਕ ਬੜੀ ਮਹਿਮਾ ਕਰਦੇ। ਵੇਖੋ ਬਾਜਾਂ ਵਾਲੇ ਸਤਿਗੁਰੂ ਦਾ ਜਾਸੀ ਇਹੋ ਜਿਹਾ ਹੈ। ਆਖੋ ਵਾਹਿਗੁਰੂ। ਮਹਾਰਾਜ ਦੀ ਸਿਫਤ ਹੀ ਇਹੋ ਜਿਹੀ ਹੈ, ਜਦੋਂ ਕੋਈ ਸੁਣ ਲੇ ਨਾ ਸਾਧ ਸੰਗਤ ਜੀ, ਉਹ ਆਪੇ ਹੀ ਗੁਰੂ ਸਾਹਿਬ ਦੇ ਰਸਤੇ ਵੱਲ ਆ ਜਾਂਦਾ ਜੀ। ਕੱਲ ਮੈਨੂੰ ਗੁਰਮੁਖ ਪਿਆਰੇ ਬਚਨ ਸੁਣਾ ਰਹੇ ਸੀ। ਇੱਕ ਬੰਦਾ ਸਿੱਖੀ ਛੱਡ ਕੇ ਈਸਾਈ ਬਣ ਗਿਆ ਜੀ, ਈਸਾ ਮਸੀਹ ਨੂੰ ਮੰਨਣ ਲੱਗ ਪਿਆ। ਉਹਨੂੰ ਇੱਕ ਗੁਰਮੁਖ ਨੇ ਕਿਹਾ ਵੀ ਠੀਕ ਹੈ, ਤੂੰ ਈਸਾਈ ਬਣ ਗਿਆ, ਤੈਨੂੰ ਮੈਂ ਮਨਾ ਨਹੀਂ ਕਰਦਾ, ਪਰ ਆਹ ਕਲਗੀਧਰ ਚਮਤਕਾਰ ਦੇ 2 ਭਾਗ ਨੇ, ਦੋਵੇਂ ਪੜ੍ਹ ਲਾ। ਜਦੋਂ ਤੈਨੂੰ ਟਾਈਮ ਮਿਲੇਗਾ ਕਲਗੀਧਰ ਚਮਤਕਾਰ ਪੜ੍ਹ ਲਈ। ਕਹਿਣ ਲੱਗਾ ਮੰਨੀ ਈਸਾ ਜੀ ਨੂੰ ਜਾਈਂ ਭਾਵੇਂ, ਪਰ ਇੱਕ ਵਾਰੀ ਪੜ੍ਹ ਤੇ ਲਈ। ਸਾਧ ਸੰਗਤ ਜੀ, ਉਹਨੇ ਕਲਗੀਧਰ ਚਮਤਕਾਰ ਪੜ੍ਹਨਾ ਸ਼ੁਰੂ ਕੀਤਾ ਜੀ। ਬਸ ਇੰਨਾ ਅਸਰ ਪਿਆ, ਇੰਨਾ ਅਸਰ ਪਿਆ, ਕਲਗੀਧਰ ਚਮਤਕਾਰ ਪੂਰਾ ਹੋਣ ਤੋਂ ਪਹਿਲਾਂ ਪਹਿਲਾਂ ਉਹਨੇ ਅੰਮ੍ਰਿਤ ਛਕ ਲਿਆ ਜੀ। ਹਿਰਦਾ ਪਿਆਰ ਨਾਲ ਭਰ ਜਾਂਦਾ ਜੀ। ਭਾਈ ਵੀਰ ਸਿੰਘ ਜੀ ਨੇ ਲਿਖਿਆ ਹੀ ਐਡਾ ਸੋਹਣਾ ਮਹਾਰਾਜ ਦਾ ਜਸ ਜੀ। ਭਾਈ ਸੰਤੋਖ ਸਿੰਘ ਲਿਖਦੇ, ਕਹਿੰਦੇ ਉਹਨੇ ਸਿਫਤ ਹੀ ਬੜੀ ਸੁਣੀ ਮਹਾਰਾਜ ਦੀ, ਪੀਰ ਬੁੱਧੂ ਸ਼ਾਹ ਨੇ। ਹਾਂਜੀ, ਸ਼੍ਰੀ ਨਾਨਕ ਗਾਦੀ ਕੋ ਮਾਲਕ, ਦੀਨ ਦੁਨੀ ਸਭ ਜਿਸ ਕੋ ਤਾਲਕ। ਇਹ ਵੀ ਸੁਣਿਆ ਵੀ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ ਨੇ, ਉਹ ਦੀਨ ਦੁਨੀਆ ਦੇ ਮਾਲਕ ਨੇ। ਦੀਨ ਦੁਨੀਆ ਦੇ ਰਾਜ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਅਧੀਨ ਹਨ। ਬੜਾ ਜਸ ਸੁਣਿਆ, ਬੜੀ ਸਿਫਤ ਸੁਣੀ ਉਹਨੇ ਮਹਾਰਾਜ ਦੀ। ਹਾਂਜੀ, ਜਿਸ ਪਰ ਕਿਰਪਾ ਕਰੇ ਅਧਿਕਾਏ, ਮਗ ਖੁਦਾਏ ਕੋ ਦੇਤ ਬਤਾਏ। ਤੇ ਜਿਹਦੇ ਤੇ ਕਿਰਪਾ ਕਰ ਦਿੰਦੇ ਆ ਨਾ ਮਹਾਰਾਜ, ਉਹਨੂੰ ਫਿਰ ਰੱਬ ਦਾ ਰਾਹ ਦੱਸ ਦਿੰਦੇ ਆ। ਹਾਂਜੀ, ਇਤਿਆਦਿਕ ਮਹਿਮਾ ਸੁਨ ਸ਼੍ਰੋਣ, ਤਿਆਰੀ ਕਰੀ ਚਲਨ ਕੀ ਤੌਣ। ਆਖੋ ਸ੍ਰੀ ਵਾਹਿਗੁਰੂ। ਫਿਰ ਆਖੋ ਕੱਟ ਕੇ। ਇਸ ਤਰੀਕੇ ਨਾਲ ਜਦੋਂ ਉਹਨੇ ਜਸ ਸੁਣਿਆ ਨਾ, ਸਿਫਤ ਸੁਣੀ, ਤੇ ਸਾਧ ਸੰਗਤ ਦੀ ਉਹਨੇ ਚੱਲਣ ਦੀ ਤਿਆਰੀ ਕੀਤੀ। ਹੁਣ ਇੱਕ ਗੱਲ ਧਿਆਨ ਨਾਲ ਸੁਣਿਓ ਜੀ। ਪੀਰ ਬੁੱਧੂ ਸ਼ਾਹ ਉਮਰ ਵਿੱਚ ਬਜ਼ੁਰਗ ਹੈ। 700 ਚੇਲਾ ਉਹਦੇ ਨਾਲ ਆਇਆ ਜੀ। 700 ਬੰਦਾ ਉਹਦੇ ਨਾਲ ਆਇਆ ਜੀ। ਉਹਦਾ ਮੁਰੀਦ ਨਾਲ ਲੈ ਕੇ ਆਇਆ। ਉਹਨੂੰ ਇਹ ਵੀ ਪਤਾ ਹੈ ਵੀ ਜਿਹਦੇ ਕੋਲ ਮੈਂ ਚੱਲਾਂ ਉਹਨਾਂ ਦੀ ਉਮਰ 17 ਸਾਲਾਂ ਦੀ ਹੈ, ਵੀ ਮੈਂ ਬਜ਼ੁਰਗ ਹਾਂ, ਉਹ 17 ਸਾਲਾਂ ਦੇ, ਤੇ ਮੈਂ ਦਰਸ਼ਨ ਕਰਨ ਵਾਸਤੇ ਜਾ ਰਿਹਾ, ਮੈਨੂੰ ਨਮਸਕਾਰ ਵੀ ਕਰਨੀ ਪੈਣੀ। ਪਰ ਪੀਰ ਬੁੱਧੂ ਸ਼ਾਹ ਜੀ ਇਸ ਗੱਲ ਦੇ ਭੇਦ ਤੋਂ ਪਰਾਂ ਹੋ ਕੇ ਸਾਧ ਸੰਗਤ ਜੀ ਉਹਨਾਂ ਸਭ ਕੁਝ ਸਮਰਪਿਤ ਕੀਤਾ, ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆ ਰਹੇ ਨੇ ਜੀ। ਕਿੱਡੀ ਅਵਸਥਾ ਹੋਏਗੀ ਜੀ ਉਹਦਾ ਪਹਿਲਾ ਮਨ, ਵੀ ਨਿਮਰਤਾ 'ਚ ਕਿੰਨਾ ਹੋਏਗਾ ਉਹਦਾ ਮਨ ਜੀ। ਹਾਂਜੀ, ਬ੍ਰਿੰਦ ਮੁਰੀਦ ਦੇਸ਼ ਮੈਂ ਜਿਸਕੇ। ਕਈ ਉਹ ਵਾਹਿਗੁਰੂ ਇਸ ਦੇਸ਼ ਵਿੱਚ ਕਈ ਚੇਲੇ ਸੀਗੇ ਉਹਦੇ ਜੀ। ਵੇਖੋ ਜਿਹਦੇ 2 ਚੇਲੇ ਹੋਣ ਉਹ ਹੀ ਨਹੀਂ ਮਾਣ ਜੀ। ਉਹ ਕਹਿੰਦਾ ਮੈਂ ਕਿਉਂ ਕਿਸੇ ਅੱਗੇ ਝੁਕਾਂ। ਹਾਂਜੀ, ਨਿਤ ਅਨੁਸਾਰ ਕਹੇ ਮੈਂ ਤਿਸਕੇ। ਤੇ ਹਰ ਵੇਲੇ ਚੇਲੇ ਪੀਰ ਜੀ ਦੀ ਆਗਿਆ ਵਿੱਚ ਰਹਿੰਦੇ ਹੁੰਦੇ ਸੀਗੇ। ਹਾਂਜੀ, ਕਿਤਕ ਇਕੱਤਰ ਕਰੇ ਬੁਲਵਾਏ। ਕਈ ਉਹਨੇ ਇਕੱਠੇ ਕੀਤੇ ਪੀਰ ਜੀ ਵਾਹਿਗੁਰੂ ਆਪਣੇ ਚੇਲੇ ਜੀ। ਦਰਸ਼ਨ ਹਿਤ ਗਮਨੇ ਉਤਲਾਏ। ਤੇ ਪੀਰ ਬੁੱਧੂ ਸ਼ਾਹ ਜੀ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ ਬੜੇ ਚਾਅ ਦੇ ਨਾਲ ਸਾਧ ਸੰਗਤ ਜੀ ਆ ਰਹੇ ਨੇ। ਅੱਗੋਂ ਜਿਹੜਾ ਪ੍ਰਸੰਗ ਹੈ ਕੱਲ ਨੂੰ ਆਪਾਂ ਸਰਵਣ ਕਰਾਂਗੇ। ਵੱਡੀ ਉਮਰ ਦੇ ਹੈ ਸਤਿਗੁਰੂ ਜੀ ਦੀ ਉਮਰ, ਸਰੀਰਕ ਵੱਡੀ ਨਹੀਂ ਹੈ, ਫਿਰ ਵੀ ਆਪਣੇ ਚੇਲਿਆਂ ਨੂੰ ਲੈ ਕੇ ਆਉਣਾ ਤੇ ਕਿਸੇ ਦੂਜੇ ਅੱਗੇ ਝੁਕਣਾ,
ਇਹ ਬੜਾ ਔਖਾ ਕੰਮ ਹੈਗਾ ਜੀ। ਪਰ ਪੀਰ ਬੁੱਧੂ ਸ਼ਾਹ ਜੀ ਨੇ ਸਾਧ ਸੰਗਤ ਦੀ ਇਹ ਗੱਲਾਂ ਆਪਣੇ ਮਨ ਚੋਂ ਕੱਢ ਕੇ ਰੱਬ ਦਾ ਰਸਤਾ ਪਾਉਣਾ, ਤੇ ਫਿਰ ਉਹਨਾਂ ਨੇ ਸੋਚਿਆ ਵੀ ਮੈਂ ਹੁਣ ਇਹੋ ਜਿਹਾ ਭਰਮ ਕਿਉਂ ਕਰਾਂ। ਇਹਦੇ ਤੋਂ ਅੱਗੇ ਪ੍ਰਸੰਗ ਕੱਲ ਨੂੰ ਆਪਾਂ ਸਰਵਣ ਕਰਾਂਗੇ। ਆਓ ਹੁਣ ਪਿਆਰ ਨਾਲ 2 ਮਿੰਟ ਗੁਰਮੰਤਰ ਦਾ ਜਾਪ ਕਰਕੇ ਖਿਮਾ ਮੰਗੀਏ। ਸਾਰੀ ਸੰਗਤ ਪ੍ਰੇਮ ਨਾਲ ਕਹੋ ਜੀ, ਵਾਹਿਗੁਰੂ 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 ਸਤਿਗੁਰੂ ਦੀ ਕਿਰਪਾ ਕਰਨ, ਬਖਸ਼ਿਸ਼ ਕਰਨ, ਮਿਹਰ ਕਰਨ। ਸਾਰਿਆਂ ਦਾ ਆਇਆ ਹੋਇਆ ਗੁਰੂ ਜੀ ਸਫਲਾ ਕਰਨ। ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰਨੀ ਜੀ। ਪਿਆਰ ਨਾਲ ਗੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ